ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪੰਜਵਾਂ। ਸ੍ਰੀ ਰਾਗ ਦੇ ਅੰਦਰ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਗਈ ਹੈ। ਪੂਰਾ ਸਤਿਗੁਰ ਜੀ ਮਿਲੈ, ਪਾਈਐ ਸਬਦ ਨਿਧਾਨ। ਜੇ ਪੂਰਾ ਸਤਿਗੁਰੂ ਕਿਸੇ ਨੂੰ ਮਿਲ ਜਾਂਦਾ ਹੈ ਕਿ ਉਹ ਸਿਫਤ ਸਲਾਹ ਦਾ ਫਿਰ ਖਜ਼ਾਨਾ ਜੀਵ ਪ੍ਰਾਪਤ ਕਰ ਲੈਂਦਾ ਹੈ। ਸ਼ਬਦ ਅਰਥ ਦੇਖੋ, ਪਰਮਾਤਮਾ ਨੂੰ ਅਸੀਂ ਸ਼ਬਦ ਰਾਹੀਂ ਜਾਣ ਸਕਦੇ ਹਾਂ। ਪਰਮਾਤਮਾ ਬਾਰੇ ਅਸੀਂ ਸ਼ਬਦ ਰਾਹੀਂ ਹੀ ਜਾਣ ਸਕਦੇ ਹਾਂ। ਤੇ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਉਹ ਸਿਫਤ ਸਲਾਹ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ। ਨਿਧਾਨ ਦਾ ਅਰਥ ਖਜ਼ਾਨਾ ਹੈ, ਭਾਵ ਕਿ ਉਹ ਬਾਣੀ ਪੜ੍ਹ ਕੇ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਦਾ ਹੈ, ਉਹਨੂੰ ਰੱਬ ਬਾਰੇ ਗਿਆਨ ਹੁੰਦਾ ਹੈ, ਸੋਝੀ ਮਿਲਦੀ ਹੈ। ਪੂਰਾ ਗੁਰੂ ਫਿਰ ਜੀਵ ਨੂੰ ਸਦਾ ਵਾਸਤੇ ਉਸ ਪਰਮਾਤਮਾ ਨਾਲ ਜੋੜ ਦਿੰਦਾ ਹੈ। ਅਸੀਂ ਤੇ ਜੁੜੇ ਨਹੀਂ ਹਾਂ, ਗੁਰੂ ਸਾਹਿਬ ਦੀ ਬਖਸ਼ਿਸ਼ ਵਰਤੀ ਪਰਮਾਤਮਾ ਸਤਿਗੁਰਾਂ ਦੀ ਸ਼ਰਨ 'ਚ ਲਿਆਇਆ ਤੇ ਇੱਥੇ ਬੈਠ ਕੇ ਅਸੀਂ ਰੱਬ ਬਾਰੇ ਗਿਆਨ ਕੋਸ਼ 'ਚ ਚਰਚਾ ਵਿਚਾਰ ਸਤਿਗੁਰਾਂ ਤੋਂ ਸਰਵਣ ਕੀਤੀ ਤੇ ਸਾਨੂੰ ਰੱਬ ਹਰੇਕ ਜਗ੍ਹਾ 'ਤੇ ਮਹਿਸੂਸ ਹੋਇਆ। ਇਹੀ ਤੇ ਸਿਫਤ ਸਲਾਹ ਦਾ ਖਜ਼ਾਨਾ। ਸ਼ਬਦ ਰਾਹੀਂ ਭਾਈ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਤੇ ਇਹ ਖਜ਼ਾਨਾ ਜਿਹੜਾ ਸਿਫਤ ਸਲਾਹ ਦਾ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ। ਇਹ ਪ੍ਰਭੂ ਜੀ ਹੁਣ ਆਪਣੀ ਕਿਰਪਾ ਕਰੋ ਤੇ ਅਸੀਂ ਅੰਮ੍ਰਿਤ ਨਾਮ ਨੂੰ ਜਪਦੇ ਰਹੀਏ। ਇਹ ਅਰਦਾਸ ਸਿੱਖ ਨੇ ਕਰਨੀ ਹੁੰਦੀ ਹੈ ਵੀ ਵਾਹਿਗੁਰੂ ਜੀ ਜੇ ਤੂੰ ਕਿਰਪਾ ਕਰੇਗਾ ਤੇ ਅਸੀਂ ਤੈਨੂੰ ਜਪ ਸਕਦੇ ਹਾਂ। ਅਸੀਂ ਤੇ ਹਾਮ ਅਪਰਾਧੀ ਸਾਧੂ ਤੇ ਅਸੀਂ ਤੇ ਕਿਰਤ ਘਾਟ ਹੈ, ਟੁੱਟ ਕੇ ਤੇਰੇ ਨਾਲ ਹੁਣ ਤੂੰ ਹੀ ਬਖਸ਼ਿਸ਼ ਵਰਤਾ ਵੀ ਅਸੀਂ ਤੇ ਜੋ ਗੁਣ ਗਾਉਣ ਲੱਗੀਏ ਵਿਸਰ ਨਾਨਕ ਦਾ ਦਾਦ ਆਪਣਾ ਨਾਮ ਤੇ ਹੋ ਗੁਣ ਗਾਵਾਂ ਦਿਨ ਰਾਤ ਨਾਮ ਚਾਉ ਵੀ ਸਾਨੂੰ ਚਾਹ ਚੜਿਆ ਰਹੇ। ਅਸੀਂ ਤੇਰੇ ਗੁਣ ਗਾਇਨ ਕਰਦੇ ਰਹੀਏ, ਅੰਮ੍ਰਿਤ ਨਾਮ ਨੂੰ ਜਪਦੇ ਰਹੀਏ। ਜਨਮ ਕਰਨ ਦੁਖ ਕਾਟੀਐ, ਲਾਗੈ ਸਹਿਜ ਧਿਆਨ। ਫਿਰ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਤੇ ਆਤਮਿਕ ਡੋਲਤਾ ਚ ਮਨੁੱਖ ਟਿਕ ਜਾਂਦਾ ਹੈ, ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖੋਂ ਸਭ ਤੋਂ ਵੱਡਾ ਦੁੱਖ ਜਨਮ ਮਰਨ ਦਾ ਹੈ, ਪਰ ਉਹਦੇ ਵਾਸਤੇ ਜਿਹਨੂੰ ਸਮਝ ਆ ਜਾਂਦੀ ਹੈ, ਜਿਹਨੂੰ ਸਮਝ ਨਹੀਂ ਉਹਦੇ ਵਾਸਤੇ ਦੁੱਖ ਵੀ ਨਹੀਂ ਹੈ। ਅਸੀਂ ਕਿੰਨੇ ਦੁੱਖਾਂ ਸੁੱਖਾਂ ਨਾਲ ਜੁੜੇ ਆ। ਕੁਝ ਮਿਲ ਗਿਆ ਤੇ ਸ਼ੁਕਰਾਨਾ ਕਰਨ ਆ ਗਏ, ਕੁਝ ਖੁੱਸ ਗਿਆ ਤੇ ਲਾਭਾਂ ਦੇਣ ਆ ਗਏ, ਫਿਰ ਕੁਝ ਮਿਲਿਆ ਹੱਸ ਕੇ, ਫਿਰ ਕੁਝ ਗੁੱਸਿਆ ਹੋਏ। ਅਸੀਂ ਤੇ ਇਸ 'ਚ ਹੀ ਲੱਗੇ ਹੋਏ ਆ ਵੀ ਕੋਈ ਦੁਨਿਆਵੀ ਚੀਜ਼ ਮਿਲ ਗਈ ਤੇ ਬੜੇ ਖੁਸ਼ ਹੈ, ਜੇ ਕੋਈ ਖੁੱਸ ਗਿਆ ਸਾਡੇ ਕੋਲ ਵਿਛੜ ਜਾਂਦਾ ਹੈ। ਸਭ ਤੋਂ ਵੱਡਾ ਦੁੱਖ ਪਰਮਾਤਮਾ ਦਾ ਵਿਛੋੜਾ ਹੈ, ਜੰਮਣ ਮਰਨ ਦਾ ਗੇੜ ਹੈ। ਤੇ ਇੱਥੇ ਜਦੋਂ ਕੋਈ ਜੁੜ ਜਾਂਦਾ, ਮੈਂ ਮੂਰਖ ਕੀ ਪੇਤ ਕੁਪਾਤ ਹੈ। ਮੇਰੇ ਮੂਰਖ ਦੀ ਕਿੰਨੀ ਕੁ ਵੱਡੀ ਗੱਲ ਹੈ। ਕੋਟ ਅਪਰਾਧੀ ਤਰਿਆ ਦੇ ਅਪਰਾਧ ਕਰਨ ਵਾਲੇ ਵੀ ਇੱਥੇ ਆ ਕੇ ਤਰ ਜਾਂਦੇ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਨਮਾਸ ਦਾ ਪਰਿਆ ਦੇ ਵੀ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਸੁਣ ਲਿਆ, ਜਿਹਨੇ ਗੁਰੂ ਸਾਹਿਬ ਕੋਲ ਬੈਠਣਾ ਕੀਤਾ, ਗੁਰੂ ਸਾਹਿਬ ਦੇ ਦਰਸ਼ਨ ਕਰ ਲਏ, ਉਹ ਜੰਮਣ ਮਰਨ ਦੇ ਗੇੜ 'ਚ ਨਹੀਂ ਫਿਰ ਆਇਆ, ਗਰਭਾਸ ਨਾ ਭਰਿਆ ਵੀ ਉਹ ਗਰਭ 'ਚ ਨਹੀਂ ਦੁਬਾਰਾ ਆਇਆ। ਉਹਦਾ ਇਹ ਵੱਡਾ ਦੁੱਖ ਜਿਹੜਾ ਕੱਟਿਆ ਗਿਆ, ਜਿਹੜਾ ਬਹੁਤ ਜਨਮਾਂ ਤੋਂ ਜੀਵ ਵਿਛੜਿਆ ਹੈ, ਉਹ ਤੇ ਸਮਾ ਗਿਆ ਉਹਦੇ ਅੰਦਰ। ਬਹੁਤ ਜਨਮ ਵਿਛੜੇ ਥੇ ਮਾਧੂ ਇਹ ਜਨਮ ਤੁਮਾਰੇ ਦੇਖੇ। ਭਾਈ ਗੁਰੂ ਦੀ ਚਰਨ ਸ਼ਰਨ 'ਚ ਪਿਆ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ, ਸਿਫਤ ਸਲਾਹ ਦਾ ਖਜ਼ਾਨਾ ਮਿਲ ਜਾਂਦਾ ਹੈ, ਆਤਮਿਕ ਡੋਲਤਾ 'ਚ ਧਿਆਨ ਲੱਗ ਜਾਂਦਾ ਹੈ ਜੀ। ਮੇਰੇ ਮਨ ਪ੍ਰਭ ਸਰਨਾਈ ਪਾਏ। ਮੇਰੇ ਮਨ ਪ੍ਰਭੂ ਦੀ ਸ਼ਰਨ 'ਚ ਪੈ ਗਿਆ। ਬੜੇ ਪਿਆਰੇ ਸ਼ਬਦ ਦੇਖਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੇ ਆ।
ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗੜਕਾ ਸੁਤਰੀ। ਇਹ ਸਾਰੇ ਨਾਮ ਲੈ ਕੇ ਮਹਾਰਾਜ ਨੇ ਕਿਹਾ ਵੀ ਤੂੰ ਵੀ ਉਹਦੀ ਸ਼ਰਨ ਚ ਪੈ। ਤੇ ਜਿਹੜੇ ਪੈ ਗਏ ਉਹਨਾਂ ਨੇ ਫਿਰ ਇਹ ਵੀ ਕਿਹਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ, ਸੁਹੇਲੇ ਤੁਹਾਡੇ ਤੇ ਆਸ ਤੁਹਾਡੀ ਸ਼ਰਨ ਚ ਹੈ, ਤੇ ਤੁਸੀਂ ਮੈਨੂੰ ਸੁੱਖ ਦੇਣ ਵਾਲੇ ਮੇਰੇ ਸੱਜਣ ਮਿਲੇ ਹੋ। ਸੱਜਣ ਸੁਹੇਲੇ, ਸੁਹੇਲੇ ਦਾ ਮਤਲਬ ਸੁੱਖ ਦੇਣ ਵਾਲੇ। ਇੱਥੇ ਮਹਾਰਾਜ ਬਾਤ ਨੂੰ ਸੰਬੋਧਨ ਕਰਕੇ ਦੇਖਦੇ ਹੈ, ਮੇਰੇ ਮਨ ਪ੍ਰਭ ਕੀ ਸ਼ਰਨ ਪਾਏ, ਮੇਰੇ ਮਨਾਂ ਪ੍ਰਭੂ ਦੀ ਸ਼ਰਨ ਚ ਢਹਿ ਪੈਣਾ ਕਾਲ। ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਈ। ਹਰ ਤੋਂ ਬਗੈਰ ਕੋਈ ਦੂਸਰਾ ਹੈ ਹੀ ਨਹੀਂ ਜਿਹੜਾ ਤੇਰਾ ਜਨਮ ਮਰਨ ਦਾ ਦੁੱਖ ਦੂਰ ਕਰਦੇ, ਜਿਹੜਾ ਤੈਨੂੰ ਸਿਫਤ ਸਲਾਹ ਦਾ ਖਜ਼ਾਨਾ ਬਖਸ਼ੇ, ਜਿਹੜਾ ਤੈਨੂੰ ਆਤਮਿਕ ਡੋਲਤਾ ਦੇ ਵਿੱਚ ਟਿਕਾਉਣਾ ਕਦੇ ਉਹ ਦੂਸਰਾ ਹੈ ਹੀ ਕੋਈ ਨਹੀਂ। ਧਨ ਬਿਨ ਤੇਰੂ ਕੋ ਨਹੀਂ, ਖਿੰਚ ਲੈ ਜਿਨ ਭਾਰ। ਇਹਦੇ ਰੱਬ ਤੋਂ ਬਗੈਰ ਸਾਡਾ ਕੋਈ ਦੂਸਰਾ ਆਸਰਾ ਹੈ ਹੀ ਨਹੀਂ ਹੈ। ਪਰਮਾਤਮਾ ਹੀ ਹੈ, ਉਹ ਇੱਕ ਹੀ ਹੈ ਜਿਹੜਾ ਸਾਰਿਆਂ ਦਾ ਆਸਰਾ ਹੈ, ਸਾਰੇ ਸੰਸਾਰ ਦਾ। ਤੇ ਮਹਾਰਾਜ ਕਹਿੰਦੇ ਮਨਾ ਪ੍ਰਭੂ ਦੀ ਸ਼ਰਨ ਚ ਪੈਦਾ, ਉਹਦੇ ਤੋਂ ਬਗੈਰ ਹੋਰ ਕੋਈ ਸੱਚਾ ਆਸਰਾ ਦੂਸਰਾ ਨਹੀਂ ਹੈ। ਇੱਕੋ ਨਾਮ ਧਿਆਏ, ਇੱਕ ਨਾਮ ਨੂੰ ਧਿਆਉਣਾ ਕਰ, ਨਾਮ ਹੀ ਤੇ ਸੱਚਾ ਆਸਰਾ ਹੈ। ਤੇ ਉਹਦੇ ਨਾਲ ਹੀ ਜੁੜਨਾ ਹੈ, ਕਿਸੇ ਹੋਰ ਦਾ ਨਾਮ ਨਹੀਂ ਜਪਣਾ ਹੈ। ਨਾਮ ਇੱਕ ਪਰਮਾਤਮਾ ਦਾ ਜਿਹੜਾ ਗੁਰੂ ਤੋਂ ਮਿਲਦਾ ਹੈ ਜੀ। ਸ਼ਰਾਬ ਦੇ ਕੇ ਬਾਰਿਸ਼ ਕਹਿੰਦੇ ਹਨ, ਕੀਮਤ ਕਹਿਣ ਨਾ ਜਾਈਐ, ਸਾਗਰ ਗੁਣੀ ਅਥਾਹੁ। ਜਿਹੜਾ ਉਹ ਪਰਮਾਤਮਾ ਸਾਗਰ ਗੁਣੀ ਅਥਾਹ, ਗੁਣਾਂ ਦਾ ਅਥਾਹ ਸਾਗਰ ਹੈ। ਕੀਮਤ ਕਹਿਣ ਨਾ ਜਾਈਏ, ਉਹਨੂੰ ਕਿਸੇ ਕੀਮਤ ਤੇ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਇਹਦੀ ਕੋਈ ਕੀਮਤ ਨਹੀਂ ਸਾਨੂੰ ਤਾਰਨੀ ਪੈਂਦੀ, ਨਾ ਕਿ ਉਹਦੀ ਕੀਮਤ ਹੈ। ਪਰ ਨੇ ਜਪਜੀ ਸਾਹਿਬ ਚ ਕਿਹਾ, ਬਹੁਤ ਵਾਰੀ ਸ਼ਬਦ ਵਿਚਾਰਿਆ ਕਿ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਤੇ ਮਹਾਰਾਜ ਨੇ ਜਵਾਬ ਦਿੱਤਾ ਸੀ, ਜੇ ਸਾਂਝ ਪਾਉਣੀ ਨਾ ਉਹਦੇ ਨਾਲ ਕਿਸੇ ਕੀਮਤ ਤੇ ਨਹੀਂ ਮਿਲਦਾ। ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਕੋਈ ਜਵਾਬ ਹੈ। ਫੇਰ ਕੇ ਅੱਗੇ ਰੱਖੀਏ ਜੇ ਕਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਤੇ ਮਹਾਰਾਜ ਨੇ ਆਖਿਆ ਵੀ ਅੰਮ੍ਰਿਤ ਵੇਲਾ ਅੱਗੇ ਰੱਖ, ਇਹ ਉਹਨੂੰ ਭੇਟਾ ਕਰ, ਸੱਚੇ ਨਾਮ ਨੂੰ ਜਪ, ਉਹਦੀ ਵਡਿਆਈ ਨਾਲ ਜੁੜ, ਉਹਦੇ ਬਾਰੇ ਵਿਚਾਰ ਕਰ। ਇਹ ਹੀ ਅਸਲੀ ਉਹਦੀ ਭੇਟਾ, ਕੀਮਤ ਕੋਈ ਨਹੀਂ ਹੈ। ਰੱਬ ਜਿਹੜਾ ਗੁਣਾਂ ਦਾ ਸਾਗਰ, ਕਿਸੇ ਕੀਮਤ ਤੇ ਨਹੀਂ ਪਾਇਆ ਜਾ ਸਕਦਾ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਸਮਾ ਜਾਂਦੇ ਕਹਿਣ ਵਾਲੇ, ਕਹਿਣਾ ਹੀ ਉਹਦੇ ਨਾਲ ਜੁੜਦਾ ਹੈ। ਮਹਾਰਾਜ ਰੱਬ ਬਾਰੇ ਤੇ ਕਹਿੰਦੇ ਹਨ, ਰੱਬ ਨਾਲ ਹੀ ਗੱਲਾਂ ਕਰਾਉਂਦੇ ਆ। ਤੇ ਮਹਾਰਾਜ ਕਹਿੰਦੇ ਭਾਈ ਕਿਸੇ ਕੀਮਤ ਤੇ ਨਹੀਂ ਪਾਇਆ ਜਾ ਸਕਦਾ। ਹਾਂ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਗੁਰੂ ਰਾਹੀਂ, ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਵਰਤਾਉਣ ਤਾਂ ਵੈਸੇ ਕਿਸੇ ਕੀਮਤ ਤਾਰਿਆਂ ਰੱਬ ਨਹੀਂ ਮਿਲਦਾ ਹੈ ਜੀ। ਵਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ। ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਫਿਰ ਵਡਭਾਗੀ ਮਿਲ ਸੰਗਤੀ, ਵੱਡੇ ਭਾਗਾਂ ਵਾਲੇ ਸੰਗਤ 'ਚ ਫਿਰ ਮਿਲਦੇ ਆ, ਬੈਠਦੇ ਆ। ਤੇ ਸੱਚਾ ਸ਼ਬਦ ਵਸਾਓ, ਸੱਚੇ ਸ਼ਬਦ ਦੁਆਰਾ ਉਹਦੀ ਸਾਂਝ ਪਾ, ਉਹਦੇ ਨਾਲ ਸਾਂਝ ਪਾ ਲੈਂਦੇ ਆ। ਸ਼ਬਦ ਰਾਹੀਂ ਪਹਿਲਾਂ ਵੀ ਆਪਾਂ ਨੇ ਬੇਨਤੀ ਸਰਵਣ ਕਰ ਲਈ ਹੈ ਕਿ ਪੂਰਾ ਸਤਿਗੁਰ ਜੇ ਮਿਲੇ ਪਾਈਏ ਸ਼ਬਦ ਨਿਧਾਨ। ਹੁਣ ਇੱਥੇ ਵਡਭਾਗੀ ਜਿਹੜੇ ਨੇ ਸ਼ਬਦ ਜਪਦੇ ਨੇ, ਸ਼ਬਦ ਨੂੰ ਸਮਝਦੇ ਨੇ, ਸ਼ਬਦ ਰਾਹੀਂ ਉਹਦੇ ਨਾਲ ਸਾਂਝ ਪਾ ਲੈਂਦੇ, ਸ਼ਬਦ ਰਾਹੀਂ ਉਹਦੇ ਤੇ ਵਿਸ਼ਵਾਸ ਵੱਧਦਾ। ਬਹੁਤੇ ਲੋਕਾਂ 'ਚ ਨਾਸਤਿਕ ਹੋ ਗਏ, ਰੱਬ ਹੈ ਹੀ ਨਹੀਂ। ਗੁਰੂ ਤੋਂ ਸੁਣਿਆ ਤੇ ਸਾਡਾ ਵਿਸ਼ਵਾਸ ਵੱਧਿਆ, ਰੱਬ ਹੈ। ਧਰਮੀ ਬੰਦਾ ਕਦੇ ਗੱਲ ਨਹੀਂ ਕਹਿੰਦਾ ਰੱਬ ਨਹੀਂ ਹੈ। ਤੇ ਸਾਨੂੰ ਯਕੀਨ ਕਿੱਥੋਂ ਬੰਦਾ ਸ਼ਬਦ ਰਾਹੀਂ, ਗੁਰੂ ਰਾਹੀਂ ਵੀ ਰੱਬ, ਅਸੀਂ ਤੇ ਰੱਬ ਹੁਣ ਵੀ ਨਹੀਂ ਵੇਖਿਆ। ਅਸੀਂ ਕਹਿੰਦੇ ਰੱਬ ਹੈ, ਉਹ ਸਾਧੂ ਸੁਣਦਾ, ਸਾਧੂ ਵੇਖਦਾ, ਕਿੱਥੇ ਹੈ?
ਅਸੀਂ ਵੇਖਦੇ ਨਹੀਂ, ਗੁਰੂ ਕਹਿੰਦੇ ਅਸੀਂ ਮੰਨਿਆ ਰੱਬ ਹੈ, ਸ਼ਬਦ ਰਾਹੀਂ ਤੇ ਸਾਨੂੰ ਸੋਝੀ ਮਿਲੀ ਹੈ ਨਾ, ਸ਼ਬਦ ਰਾਹੀਂ ਰੱਬ ਤੋਂ ਗੁਰੂ ਵਿਸ਼ਵਾਸ ਬਣਾ ਦਿੰਦਾ ਹੈ। ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤਸ਼ਾਹੋ। ਮਨ ਕਹਿੰਦੇ ਹੁਣ ਬੜਾ ਜਿਹੜਾ ਸੁੱਖਾਂ ਦਾ ਸਾਗਰ ਹੈ ਉਹਦੀ ਸੇਵਾ ਕਰ, ਜਿਹੜਾ ਸਿਰ ਸ਼ਾਹਾਂ ਪਾਤਸ਼ਾਹੋ, ਜਿਹੜਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ, ਨਿਹਚਲ ਚੌਦ ਛੱਤ, ਵੱਡੇ ਦੀਆਂ ਵਡਿਆਈਆਂ ਕਿਸੇ ਕਹਿਣਾ ਕਹਿ ਨਾ ਜਾਏ। ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਤੋਂ ਵੱਡਾ ਸੁੱਖਾਂ ਦਾ ਸਾਗਰ ਹੈ ਉਹਦੀ ਸੇਵਾ ਕਰ। ਉਹ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਦਿ ਝੂਠੇ ਕਰਤ ਨਿਵਾਜਾ। ਉਹਦੀ ਸੇਵਾ ਨਾਲ ਜੁੜ ਜਿਹੜਾ ਸਾਰਿਆਂ ਤੋਂ ਵੱਡਾ ਹੈ, ਉਹਦੀ ਚਾਕਰੀ ਕਰ, ਉਹਦੀ ਟਹਿਣ ਕਰ ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਹੈ। ਤੇ ਮੈਂ ਸਮਝਦਾ ਸਾਡੇ ਸਾਰਿਆਂ ਦੇ ਵੱਡੇ ਭਾਗ ਨੇ, ਅਸੀਂ ਉਹਦੀ ਸੇਵਾ 'ਚ ਲੱਗੇ ਹੋਏ ਹਾਂ ਜਿਹਦੇ ਵਰਗਾ ਕੋਈ ਹੈ ਹੀ ਨਹੀਂ ਸੰਸਾਰ ਦੇ ਅੰਦਰ। ਵੈਸੇ ਤਾਂ ਚਾਕਰ ਨੌਕਰ ਬਹੁਤ ਮਿਲ ਜਾਂਦੇ ਨੇ, ਕੋਈ ਕਿਸੇ ਦੀ ਸੇਵਾ 'ਚ ਲੱਗਾ, ਕੋਈ ਬੰਦਿਆਂ ਦੀ ਸੇਵਾ ਕਰ ਰਿਹਾ, ਕੋਈ ਕਿਸੇ ਦੀ ਸੇਵਾ 'ਚ ਲੱਗਾ। ਅਸੀਂ ਉਹਦੀ ਸੇਵਾ 'ਚ ਲੱਗੇ ਜਿਹਦੇ ਵਰਗਾ ਕੋਈ ਹੈ ਹੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੋਈ ਹੈ ਕਿ ਉਹਦੀ ਗੋਦ 'ਚ ਹੀ ਅਸੀਂ ਬੈਠੇ, ਜਿਹਦੇ ਵਰਗਾ ਕੋਈ ਦੂਸਰਾ ਨਹੀਂ ਹੈਗਾ। ਤੇ ਗੁਰੂ ਸਾਹਿਬ ਨੇ ਆਪਣੀ ਸੇਵਾ 'ਚ ਟਹਿਲ 'ਚ ਸਾਨੂੰ ਲਾਇਆ, ਤੇ ਇਸ ਤੋਂ ਵੱਡਾ ਕੋਈ ਦਰ ਕਰਕੇ ਇੱਥੋਂ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ। ਇਹੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜੀ। ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਓ। ਉਹਨੇ ਕਮਲ ਦੇ ਫੁੱਲ ਵਰਗੇ ਉਹਦੇ ਚਰਨ ਨੇ, ਇਹਦੇ ਚਰਨਾਂ ਦਾ ਉਹਨੇ ਆਸਰਾ ਦਿੱਤਾ ਹੈ, ਦੂਜਾ ਨਾ ਹੀ ਠਾਓ। ਹੋਰ ਕੋਈ ਟਿਕਾਣਾ ਹੀ ਨਹੀਂ ਹੈ ਸਾਡਾ ਕਿਤੇ। ਸਿੱਖ ਜਿਹੜਾ ਨਾ ਗੁਰਦੁਆਰੇ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ, ਉਹ ਇੱਥੇ ਹੀ ਬੈਠਦਾ, ਇੱਥੇ ਹੀ ਆਉਂਦਾ। ਉਹ ਕਹਿੰਦਾ ਹੋਰ ਨਹੀਂ ਕਿਤੇ ਟਿਕਾਣਾ, ਹੋਰ ਤੇ ਜਾਣਾ ਤਾਂ ਨਹੀਂ ਕਿਤੇ। ਹੋਰ ਕਿਸੇ ਬੰਦਿਆਂ ਦੀ ਹਾਜ਼ਰੀ ਥੋੜ੍ਹੀ ਅਸੀਂ ਭਰਨੀ ਹੈ, ਕਿਸੇ ਕਬਰ ਦੀ ਹਾਜ਼ਰੀ ਥੋੜ੍ਹੀ ਅਸੀਂ ਭਰਨੀ ਹੈ, ਅਸੀਂ ਗੁਰੂ ਦੀ ਹਾਜ਼ਰੀ 'ਚ ਰਹਿਣਾ। ਇੱਥੇ ਮਹਾਰਾਜ ਨੇ ਬਚਨ ਕਹੇ ਹੋਰ ਕੋਈ ਸਿੱਖ ਦਾ ਟਿਕਾਣਾ ਨਹੀਂ। ਮੈਂ ਤੇ ਜਦੋਂ ਸਮਾਂ ਮਿਲਦੇ ਉਹਦੀ ਚਰਚ ਸ਼ਰਨ 'ਚ ਆ ਕੇ ਬੈਠ ਜਾਂਦਾ, ਕਿਉਂਕਿ ਗੁਰੂ ਤੇ ਰੱਬ ਵਰਗਾ ਆਸਰਾ ਸੰਸਾਰ ਤੋਂ ਦੂਸਰਾ ਨਹੀਂ ਮਿਲਦਾ ਹੈ ਜੀ। ਮੈਂ ਧਰ ਤੇਰੇ ਪਾਰ ਬੜੇ ਪਿਆਰੇ ਬੋਲ ਨੇ ਮਹਾਰਾਜ, ਮੈਨੂੰ ਤੇਰਾ ਹੀ ਆਸਰਾ ਹੈ। ਧਰ ਧਰ ਤਾਂ ਧਿਰ ਹੁੰਦੀ ਹੈ, ਮੇਰੀ ਧਿਰ ਤੇ ਤੂੰ ਹੀ ਹੈ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਹਮਰਾ ਧੜਾ ਹਰ ਰਿਹਾ ਸਮਾਈ, ਧੜਾ ਕਹਿ ਲਓ, ਧਿਰ ਕਹਿ ਲਓ, ਆਸਰਾ ਕਹਿ ਲਓ, ਟੇਕ ਕਹਿ ਲਓ। ਇਹ ਸਾਰਿਆਂ ਦਾ ਅਰਥ ਕੀ ਹੈ? ਮੈਂ ਧਾਰ ਤੇਰੀ ਪਾਰ ਬ੍ਰਹਮ, ਹੇ ਪਾਰ ਬ੍ਰਹਮ ਵਾਹਿਗੁਰੂ ਪਰਮਾਤਮਾ ਜੀ, ਮੈਨੂੰ ਤੇਰੀ ਟੇਕ ਹੈ, ਤੇਰਾ ਆਸਰਾ ਹੈ, ਤੇ ਤੇਰਾ ਹੀ ਬਲ ਮੇਰੇ ਅੰਦਰ ਹੈ। ਤੇਰੇ ਤਾਣ ਰਹਾਉ, ਤਾਣ ਬਲ ਨੂੰ ਕਹਿੰਦੇ ਆ। ਜਿਹਨੂੰ ਕੁਝ ਕਰ ਲਿਆ ਨਾ, ਤੇਰੇ ਹੁਕਮ ਸਦਕਾ ਕਰ ਲਿਆ, ਤੇਰੇ ਦਿੱਤੇ ਬਲ ਸਦਕਾ ਕਰ ਲਿਆ। ਹਾਂਜੀ ਮਾਣਿਆ ਪ੍ਰਭ ਮਾਨ ਤੂੰ, ਤੇਰੇ ਸੰਗ ਸਮਾਉ। ਮਾੜਿਆਂ ਦਾ ਮਾਣ ਹੈ ਤੇ ਤੇਰੇ ਸੰਗ ਹੀ ਸਮਾਉਣਾ ਚਾਹੁੰਦੇ ਹੈ, ਤੇਰੇ ਨਾਲ ਜੁੜ ਕੇ ਰਹਿਣਾ ਚਾਹੁੰਦੇ ਹੈ। ਗੁਰਮੁਖੋ ਗੁਰੂ ਨਾਲ ਮਾੜਿਆਂ ਨੂੰ ਮਾਣ ਬਖਸ਼ਦਾ ਹੈ। ਅਸੀਂ ਆਪਣੇ ਬਰਾਬਰ ਦੇ ਨਾਲ ਵਰਤਦੇ ਹਾਂ, ਗੁਰੂ ਉਹਦੇ ਨਾਲ ਵਰਤਦਾ ਜਿਹਦਾ ਕੋਈ ਹੈ ਹੀ ਨਹੀਂ ਹੈ। ਅਸੀਂ ਤੇ ਵੇਖਦੇ ਸਾਡਾ ਸਟੇਟਸ ਕਿਹੋ ਜਿਹਾ ਹੈ, ਕਿ ਅਸੀਂ ਜਦੋਂ ਉਹਦੇ ਨਾਲ ਵਰਤਦੇ ਆ ਕਹਿੰਦੇ ਜੀ ਭਾਈ ਤੂੰ ਨਹੀਂ ਸਾਡੇ ਨਾਲ, ਤੇਰਾ ਬੈਠ ਫਿਰ ਨਹੀਂ ਸਾਡੇ ਨਾਲ ਹੋ ਸਕਦਾ, ਸਾਡਾ ਕੋਈ ਬਹੁਤ ਰੁਤਬਾ ਹੈ, ਤੇਰੀ ਕੋਲ ਜੇ ਪਹੁੰਚ ਨਹੀਂ ਹੈ, ਤੇਰੇ ਕੋਲ ਤੇ ਇਹ ਪਦਵੀ ਨਹੀਂ ਹੈ, ਜਾਂ ਤੇਰੇ ਕੋਲ ਰੈਂਕ ਨਹੀਂ ਹੈ। ਪਰ ਗੁਰੂ ਨੇ ਮਾੜਿਆਂ ਨੂੰ ਮਾਣ ਦਿੰਦਾ ਹੈ। ਗੁਰੂ ਦੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉਹਦੇ ਨੀਚੇ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸੋ ਕਿਆ ਦੀਸ। ਜਿੱਥੇ ਨੀਚ ਸੁਭਾਲੀਨ ਤਿੱਥੇ ਨਜ਼ਰ ਤੇਰੀ। ਬਖਸ਼ਿਸ਼ ਮਹਾਰਾਜ ਮਲਕ ਭਾਗੂ ਨੂੰ ਮਾਣ ਨਹੀਂ ਦਿੰਦੇ, ਉਹਦੇ ਮਾਣ ਕੂੜੇ ਖਾ ਕੇ। ਸਤਿਗੁਰੂ ਨੂੰ ਮਾੜੇ ਨੂੰ ਮਾਣ ਦਿੰਦਾ ਹੈ ਜਿਹੜਾ ਆਪਣੀ ਮਿਹਨਤ ਕਰਕੇ ਪ੍ਰਸ਼ਾਦਾ ਛਕਦਾ ਹੈ। ਸ਼੍ਰੀ ਕ੍ਰਿਸ਼ਨ ਜੀ ਬਿਦਰ ਦੇ ਘਰ ਨੂੰ ਮਾਣ ਬਖਸ਼ਦੇ ਹੈ, ਉਧਰ ਯੋਧਨ ਦੀ ਪ੍ਰਵਾਨ ਕਰਦੇ ਹੈ। ਇਹ ਮਾੜਿਆਂ ਦਾ ਮਾਣ ਹੈ। ਗੁਰੂ 12 ਵਾਰ ਦਿੱਤੇ,
गुरु अंगद साहब जी ने गुरु अमरदास जी ने जोगियां की ऊट धरिया की ढेर ते आसरियां के आसरे निमाणियां के मान ते ताणियां के ताण ये सारिਆਂ ਨੂੰ आसरा देने वाले साडी किते ना किते जिहड़ी बिरती ना साडी ਅਸੀਂ गरीब की मदद नहीं करांगे ਅਸੀਂ जिहदी जेब च पैसे नहीं ਉਹਦੀ मदद करांगे साडी हालत साडी यही है ਜਿਹਦੇ ਕੋਲ 4 ਰੁਪਏ ਹੈਗੇ ਨਾ ਤੁਸੀਂ ਕੁਝ ਕਰਨਾ ਹੈ ਤਾਂ ਉਹਦੀ ਮਦਦ ਕਰੋਗੇ ਗਰੀਬ ਦੀ ਬਾਂਹ ਨਹੀਂ ਕੋਈ ਫੜਦਾ ਸਾਡਾ ਗੁਰੂ ਨੀਚੇ ਹੀ ਉੱਚ ਕਦੇ ਤੇਰਾ ਗੁਰੂ ਦਿੰਦਾ ਹੈ ਉਹ ਤੇ ਤੁਹਾਡਿਆਂ ਨੂੰ ਮਾਣ ਬਖਸ਼ਦਾ ਉਹ ਰੱਬ ਨੇ ਉਹਨਾਂ ਭਗਤਾਂ ਨੂੰ ਪੂਜਣ ਯੋਗ ਲਾਇਆ ਜਿਨ੍ਹਾਂ ਨਾਲ ਲੋਕ ਘਿਰਨਾ ਕਰਦੇ ਹਨ ਜਾਂ ਕੀ ਛੋਤ ਜਗਤ ਤੋਂ ਲੱਗ ਗਏ ਤਾਂ ਪਰ ਤੂੰ ਹੀ ਧਰੈ ਨੀਚੇ ਹੀ ਉੱਚ ਕਰੇ ਤੇਰਾ ਗੋਬਿੰਦ ਜਿਹਨੂੰ ਲੋਕ ਕਹਿੰਦੇ ਸੀ ਇਹਦੇ ਨਾਲ ਰੋਟੀ ਦੀ ਕੋਈ ਸਾਂਝ ਨਹੀਂ ਇਹਦੇ ਨਾਲ ਕੋਈ ਬੇਟੀ ਦੀ ਸਾਂਝ ਨਹੀਂ ਹੈ ਇਹਨੂੰ ਚੌਂਤਰੇ ਤੇ ਨਹੀਂ ਚੜ੍ਹਨ ਦੇਣਾ ਮਹਾਰਾਜ ਨੇ ਉਹਨਾਂ ਨੂੰ ਪੂਜਣ ਲਾ ਦਿੱਤਾ ਸੀ ਨਿਮਾਣਿਆਂ ਨੂੰ ਤੇ ਮਾਰ ਦਿੱਤਾ ਹੈ ਜਿਸ ਨੀਚ ਕੋ ਮਿਲੇ ਨਾ ਢੋਈ ਸਗਲ ਸ੍ਰਿਸ਼ਟ ਤਾਮ ਕੇ ਚਰਨ ਮਲ ਕੋਈ ਭਗਤ ਕਬੀਰ ਜੀ ਕਹਿੰਦੇ ਮੈਨੂੰ ਜਦਾਏ ਕਿੰਨੇ ਪੁੱਛਣਾ ਸੀ ਤੇ ਰੱਬ ਦੀ ਬਖਸ਼ਿਸ਼ ਵਰਤੀ ਹੈ ਭਗਤ ਰਵਿਦਾਸ ਜੀ ਕਹਿੰਦੇ ਸੀ ਜੁੱਤੀਆਂ ਗੱਢ ਕੇ ਗੁਜ਼ਾਰਾ ਕਰਨ ਵਾਲੇ ਰਵਿਦਾਸ ਭਗਤਾ ਢੋਰ ਨੀਤ ਤਿੰਨ ਤਿਆਗੀ ਪਾਇਆ ਉਹ ਆਪਣੀ ਜਾਤ ਛਪਾਈ ਨਹੀਂ ਕਿਸੇ ਭਗਤ ਨੇ ਕਹਿੰਦੇ ਅਸੀਂ ਤੇ ਬੜੇ ਨੀਵੇਂ ਹਾਂ ਇਹ ਤੇ ਰੱਬ ਦੀ ਬਖਸ਼ਿਸ਼ ਵਰਤੀ ਉਹਨੇ ਸਾਨੂੰ ਮਾਣ ਦਿੱਤਾ ਉਹਨੇ ਪੂਜਣ ਹੀ ਲਾ ਦਿੱਤਾ ਸੰਸਾਰ ਨੂੰ ਉਹਨਾਂ ਦੇ ਚਰਨ ਧੋ ਧੋ ਕੇ ਪੀਂਦੇ ਉਹਨਾਂ ਦੇ ਚਰਨ ਉਹ ਦਾਸ ਨੇ ਕਿ ਵੀ ਇੱਕ ਵਾਰੀ ਬੇਨਤੀ ਕੀਤੀ ਉਹ ਭਗਤ ਤੋਂ ਪਹਿਲਾਂ ਪੀਪਾ ਰਾਜਾ ਸੀ ਫਿਰ ਭਗਤ ਬਣਿਆ ਉਹਨੇ ਧਾਰਨ ਕਰ ਲਿਆ ਭਗਤ ਰਵਿਦਾਸ ਜੀ ਨੂੰ ਗੁਰੂ ਤੇ ਜਦੋਂ ਭਗਤ ਰਵਿਦਾਸ ਜੀ ਦੇ ਕੋਲ ਆਇਆ ਨਾ ਤੇ ਕਹਿੰਦਾ ਜੀ ਤੁਹਾਨੂੰ ਗੁਰੂ ਧਾਰਨ ਕਰਦਾ ਹੈ ਕਹਿੰਦਾ ਜੀ ਠੀਕ ਹੈ ਜੇ ਗੁਰੂ ਧਾਰਨ ਕਰਦਾ ਤਾਂ ਜਿਹਦੇ ਜੁੱਤੀਆਂ ਕੱਢਦੇ ਨਾ ਪਾਣੀ ਹੁੰਦਾ ਜਿਹਦੇ ਚੱਪ ਭਿਉਂਦੇ ਆ ਉਹ ਭਗਤ ਜੀ ਨੇ ਕਿਹਾ ਕਹਿੰਦਾ ਵੀ ਫਿਰ ਛਾਕੋ ਜਲ ਤੇ ਉਹਨਾਂ ਨੂੰ ਘਿਰਨਾ ਹੋਈ ਜਿਹਦੇ ਚੱਪ ਭਿਉਂਦੇ ਸੀ ਭਗਤ ਜੀ ਉਹ ਕਹਿੰਦੇ ਵੀ ਉਹ ਰਾਜਾ ਹੀ ਹੁੰਦੀ ਸਾਗੇ ਨੂੰ ਤੇ ਉਹਨੇ ਨਾਟਕ ਕੀਤਾ ਛਕਣ ਦਾ ਉਹਨੇ ਸਾਰਾ ਪਾਣੀ ਜਿਹੜਾ ਸੀ ਨਾ ਉਹ ਆਪਣੀ ਪਿਸ਼ਾਬ ਤੇ ਡੋਲ ਗਿਆ ਮੂੰਹ 'ਚ ਅੰਦਰ ਨਹੀਂ ਪਾਣੀ ਜਾਣ ਦਿੱਤਾ ਵੀ ਹੁਣ ਚੱਪ ਵਾਲਾ ਪਾਣੀ ਪੀਵਾ ਉਹ ਪਿਸ਼ਾਬ ਤੇ ਪਾਣੀ ਡੁੱਲ ਗਿਆ ਸਾਰਾ ਤੇ ਉਹ ਭਗਤ ਚਲੇ ਗਿਆ ਰਾਜਾ ਹੀ ਬਾਅਦ 'ਚ ਭਗਤ ਬਣਿਆ ਚਲੇ ਗਿਆ ਉਹ ਦਾਗ ਲੱਗ ਗਿਆ ਹੁਣ ਚੱਪ ਵਾਲਾ ਪਾਣੀ ਸੀ ਤੇ ਪਿਸ਼ਾਬ ਬੜੀ ਮਹਿੰਗੀ ਸੀ ਜਦੋਂ ਦਾਗ ਲੱਗ ਗਿਆ ਤਾਂ ਉਹਨੇ ਜਿਹੜਾ ਧੋਬੀ ਸੀ ਉਹਨੂੰ ਕਹਿੰਦਾ ਵੀ ਇਹ ਪਿਸ਼ਾਬ ਨੂੰ ਦਾਗ ਲਾਉਣਾ ਚਾਹੀਦਾ ਪਾਣੀ ਦਾ ਦਾਗ ਉਹਦੇ ਵਿੱਚ ਚੱਪ ਤੇ ਹੋਇਆ ਕਿ ਵੀ ਉਹ ਦਾਗ ਲੱਭਦਾ ਨਹੀਂ ਧੋਬੀ ਨੇ ਚਲੋ ਜਿਹੜੇ ਉਹਨੂੰ ਕੈਮੀਕਲ ਹੋਣਗੇ ਪਾਏ ਤੇ ਉਹਦੀ ਇੱਕ ਬੱਚੀ ਸੀ ਨਿੱਕੀ ਜਿਹੀ ਧੋਬੀ ਦੀ ਉਹ ਬਾਪ ਨੂੰ ਕਹਿੰਦੀ ਪਿਤਾ ਜੀ ਕੀ ਗੱਲ ਹੈ ਵੀ ਪਰੇਸ਼ਾਨ ਹੋ ਕਹਿੰਦਾ ਬੇਟਾ ਰਾਜੇ ਦੀ ਪਿਛਾ ਕੇ ਦਾਗ ਨੂੰ ਲੱਥਾ ਤੇ ਇਹਨੇ ਸਜ਼ਾ ਦੇਣੀ ਹੈ ਕੱਪੜੇ ਸਾਰੇ ਦੇ ਮੈਂ ਹੀ ਸਾਫ਼ ਕਰਦਾ ਉਹ ਬੱਚੀ ਨੇ ਕੀ ਕੀਤਾ ਵੀ ਉਹ ਪਿਸ਼ਾਬ ਲੈ ਕੇ ਨਾ ਬੱਚੀ ਉਸ ਦਾਗ ਨੂੰ ਜੀਭ ਨਾਲ ਚੱਟਣ ਲੱਗ ਪਈ ਵੀ ਸ਼ਾਇਦ ਇਸ ਤਰ੍ਹਾਂ ਹੀ ਗਿੱਲਾ ਹੋ ਕੇ ਮੈਨੂੰ ਚੂਸ ਲਾਂਗੀ ਜੋ ਵੀ ਵਿੱਚ ਇਹਦੇ ਹੈਗਾ ਵੀ ਬਾਪੂ ਪਰੇਸ਼ਾਨ ਹੈ ਜਦੋਂ ਬੱਚੀ ਨੇ ਉਹਨੂੰ ਚੂਸਿਆ ਨਾ ਜਿਹੜਾ ਉਹ ਪਾਣੀ ਡੁੱਲਾ ਸੀ ਤੇ ਉਹ ਬੱਚੀ ਨੂੰ ਆਤਮਿਕ ਗਿਆਨ ਹੋ ਗਿਆ ਕਮਾਲ ਹੋ ਗਈ ਵੀ ਉਹ ਬੱਚੀ ਤੇ ਰੱਬ ਦੀਆਂ ਬਾਤਾਂ ਪਾਉਣ ਲੱਗੀ ਲੋਕ ਇਕੱਠੇ ਹੋਣ ਲੱਗੇ ਬੱਚੀ ਤੋਂ ਉਪਦੇਸ਼ ਲੈਣ ਲੱਗੇ ਰਾਜੇ ਨੂੰ ਪਤਾ ਲੱਗਾ ਮੇਰੇ ਰਾਜ ਧੋਬੀ ਦੀ ਬੱਚੀ ਕੋਲ ਬੜਾ ਗਿਆਨ ਹੈ ਉਹ ਰਾਜਾ ਮਿਲਣ ਆਇਆ ਉਸ ਬੱਚੀ ਨੂੰ ਕਹਿੰਦਾ ਜੀ ਤੁਹਾਡੇ ਕੋਲ ਇੰਨਾ ਗਿਆਨ ਆ ਕਹਿੰਦੀ ਇਹ ਤੁਹਾਡੀ ਕਿਰਪਾ ਹੀ ਵਰਤੀ ਹੈ ਬੱਚੀ ਕਹਿੰਦੀ ਮੈਂ ਰਾਜਾ ਕਹਿੰਦਾ ਮੈਂ ਤਾਂ ਕੁਝ ਨਹੀਂ ਕੀਤਾ ਕਹਿੰਦੀ ਜੀ ਉਹ ਤੁਹਾਡੀ ਪਿਸ਼ਾਬ ਤੇ ਜਲ ਡੁੱਲਾ ਸੀ ਬਸ ਉਹਨੂੰ ਚੱਖਿਆ ਉਹਦੇ ਨਾਲ ਤੂੰ ਬੜਾ ਹੈਰਾਨ ਹੋਇਆ ਫਿਰ ਭਗਤ ਰਵਿਦਾਸ ਜੀ ਕੋਲ ਆਏ ਭਗਤ ਰਵਿਦਾਸ ਜੀ ਕਹਿੰਦੇ ਰਾਜਾ ਹੋ ਕੇ ਤੂੰ ਭਗਤ ਬਣਨਾ ਚਾਹੁੰਦਾ ਹਾਂ ਤੇ ਮੈਂ ਕਿਹਾ ਸੀ ਪਹਿਲੇ ਦਿਨ ਹੀ ਬਖਸ਼ਿਸ਼ ਵਰਤਾ ਦਈਏ ਪਰ ਤੂੰ ਘਿਰਨਾ ਕੀਤੀ ਹੁਣ ਤੈਨੂੰ ਮਿਹਨਤ ਕਰਨੀ ਪਏਗੀ ਹੁਣ ਬੰਦਗੀ ਕਰ ਹੁਣ ਰੱਬ ਮਿਲੇਗਾ ਅਸੀਂ ਅੱਗੇ ਆਪਣੇ ਖਜ਼ਾਨੇ ਤੋਂ ਤੁਹਾਨੂੰ ਕੁਝ ਦੇਣਾ ਤੇ ਕਹਿਣ ਦਾ ਭਾਵ ਹੈ ਵੀ ਉਹ ਨੀਚੇ ਉੱਚ ਕਦੇ ਤੇਰਾ ਗੋਬਿੰਦ ਉਹ ਜਪਣ ਲਾ ਦਿੰਦੇ ਕਿੱਥੇ ਬਖਸ਼ਿਸ਼ ਉਹਨੇ ਵਰਤਾਉਣੀ ਹੈ ਉਹਨੂੰ ਪਤਾ ਹੈ ਜੀ ਅੱਗੇ ਪੜੋ ਜੀ ਹਰ ਜਪੀਐ ਆਰਾਧੀਐ ਆਠ ਪਹਿਰ ਗੋਬਿੰਦ ਹਰ ਨੂੰ ਜਪਣਾ ਚਾਹੀਦਾ ਹਰ ਨੂੰ ਆਰਾਧਨਾ ਚਾਹੀਦਾ ਕਿੰਨਾ ਕੁ ਚਿਰ 8 ਪਹਿਰ ਗੋਬਿੰਦ ਜਿਹਨੇ ਸਾਰਿਆਂ ਨੂੰ ਪਾਉਂਦੇ ਉਹ 8 ਪਹਿਰ ਜਪੋ ਸਾਨੂੰ ਰੱਬ ਨੂੰ ਜਪਣ ਵਾਸਤੇ ਛੋਟ ਨਹੀਂ ਮਿਲੀ ਹੈ ਕਦੋਂ ਜਪਣਾ
ਅਸੀਂ ਇਹ ਨਹੀਂ कि गुरुद्वारे आए तो बैठे बस ਹੁਣ महाराज कहते अठे पैर ਉਹਨੂੰ याद रख सवास सवास रोम रोम रसना तो शुरू करके 8 पहर आराध्य पूर्ण सतगुर ज्ञान ਉਹਨੂੰ 8 पैर जप महाराज कहते आराधना जपना ਇਹਦਾ अर्थ ਕੀ ਹੈ 8 ਪਹਿਰ ਗੋਬਿੰਦ 8 ਪੈਰ ਉਸ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ। ਪ੍ਰਾਨ ਤਨ ਧਨ ਰੱਖੇ ਕਰ ਕਿਰਪਾ ਰੱਖੇ ਜਿੰਦ ਕਹਿੰਦੇ ਮੈਂ ਉਹਨੂੰ ਜਪਦਾ ਰਹਾਂ ਇਸ ਕਰਕੇ। ਚਲੋ ਇਹਦੇ ਦੋ ਅਰਥ ਨੇ, ਇੱਕ ਤਾਂ ਪ੍ਰਾਣ ਵੀ ਭੇਟਾ ਕਰਦਾ, ਤਨ ਵੀ ਭੇਟਾ ਕਰਦਾ, ਧਨ ਵੀ ਉਹਦੇ ਅੱਗੇ ਰੱਖਦਾ, ਜਿੰਦ ਵੀ ਉਹਦੇ ਤੋਂ ਮਾਰਦਾ। ਇੱਕ ਇਹਦਾ ਅਰਥ ਹੈਗਾ ਮੇਰੇ ਪ੍ਰਾਣ ਵੀ ਉਹਨੇ ਬਚਾ ਲਏ ਜਿਹੜੇ ਵਿਅਰਥ ਜਾਂਦੇ ਹਨ, ਜਪਣ ਲੱਗ ਪਏ ਸਫਲ ਹੋਣ ਲੱਗ ਪਏ। ਜਿਹੜਾ ਤਨ ਸੀ ਉਹ ਵੀ ਪਵਿੱਤਰ ਹੋ ਗਿਆ, ਜਪ ਕੇ ਤਨ ਵੀ ਪਵਿੱਤਰ ਹੋ ਜਾਂਦਾ। ਧਨ ਵੀ ਹੁਣ ਧਰਪਰਥ ਲਾਉਣਾ ਤੇ ਕਰ ਕਿਰਪਾ ਰਾਖੀ ਜਿੰਦ, ਕਿਰਪਾ ਕਰਕੇ ਉਹਨੂੰ ਜਿੰਦ ਵੀ ਭੇਟਾ ਕਰ ਦਿੱਤੀ ਜਾਂ ਉਹਨੇ ਮੇਰੀ ਜਿੰਦ ਨੂੰ ਵੀ ਰੱਖ ਲਿਆ। ਤਨ ਵੀ ਸਾਡਾ ਅਰਥ ਲੱਗ ਜੇ, ਧਨ ਵੀ ਲੱਗ ਜੇ ਤੇ ਜਿੰਦ ਵੀ ਵਾਰਦੀ ਹੈ ਅਸੀਂ ਕਿਤੇ ਉਹਦੇ ਕੋਲ। ਜੇ ਕਿਤੇ ਉਹ ਬਖਸ਼ਿਸ਼ ਵਰਤਾਏ ਮੈਨੂੰ ਜਪਣ ਲੱਗਾ ਤਾਂ ਮੈਂ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ। ਨਾਨਕ ਸਗਲੇ ਦੁਖ ਉਤਾਰਿਅਣ ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਜਦੋਂ ਪਾਰ ਬ੍ਰਹਮ ਬਖਸ਼ਿੰਦ ਨੂੰ ਕੋਈ ਜਪਦਾ ਹੈ ਨਾ, ਫਿਰ ਉਹਦੇ ਸਭੇ ਦੁੱਖ ਉਤਾਰਿਅਣ। ਦੁੱਖ ਦਾ ਹੁੰਦਾ ਪਾਪ ਜਿਹੜੇ ਅਸੀਂ ਕੀਤੇ ਹੈ, ਜੋ ਅਸੀਂ ਕੁਝ ਸਾਡੀ ਬਿਰਤੀ 'ਚ ਗਲਤ ਵਿਚਾਰ ਨੇ, ਕੁਝ ਵੀ ਹੈ ਉਹ ਲੱਥ ਜਾਂਦੇ ਜੀ, ਉਹਨੂੰ ਜਪਿਆ ਦੂਰ ਹੋ ਜਾਂਦੇ ਆ। ਬੁਰੇ ਭੈੜੇ ਖਿਆਲ ਅੰਦਰੋਂ ਖਤਮ ਹੁੰਦੇ ਆ। ਜਪਦੇ ਚੱਲਾਂਗੇ ਮਨ ਬਿਲਕੁਲ ਹੁੰਦਾ ਜਾਂਦਾ। ਬਹੁਤਿਆਂ ਦਾ ਸਵਾਲ ਇਹਨੂੰ ਮਨ ਨਹੀਂ ਟਿਕਦਾ, ਬਾਣੀ ਪੜ੍ਹਿਆ ਸਿਮਰਨ 'ਚ ਜੁੜਦੇ ਨਹੀਂ ਹੈ। ਮੈਲ ਹੈ, ਮਨ ਟਿਕੇਗਾ ਨਹੀਂ। ਜਪਦਿਆਂ 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 ਮੈਲ ਲੱਥਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਮ ਜਿਹੜਾ ਉਹ ਮਨ ਜਿਹੜਾ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਮੈਲ ਲੱਥੇਗੀ ਉਵੇਂ ਉਵੇਂ ਟਿਕੇਗਾ, ਕਿ ਫਿਰ ਨਹੀਂ ਟਿਕੇਗਾ। ਇਹਦੇ ਮਹਾਰਾਜ ਕਹਿੰਦੇ ਜਿਹੜੀ ਉਹ ਵਿਕਾਰਾਂ ਵਾਲੀ ਮੱਤ ਉਹ ਦੂਰ ਹੋ ਜਾਂਦੀ, ਜਪ ਕੇ ਮਨੁੱਖ ਅੰਦਰੋਂ ਨਿਰਮਲ ਹੋ ਜਾਂਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲਗੀ ਕਿਸ ਸੱਚ ਸਿਓ ਪਰ ਨਾ ਆਵੇ ਜਾਏ। ਮੇਰੀ ਪ੍ਰੀਤ ਹੁਣ ਉਹਦੇ ਨਾਲ ਲੱਗ ਗਈ ਹੈ, ਸੱਚ ਦੇ ਨਾਲ, ਜਿਹੜਾ ਮਰਦਾ ਨਹੀਂ ਤੇ ਛੱਡ ਕੇ ਨਹੀਂ ਜਾਂਦਾ। ਨਾ ਪਿਰ ਮਰੈ ਨਾ ਜਾਏ। ਰੱਬ ਨਾ ਕਦੇ ਮਰੇਗਾ ਕਿ ਨਾ ਕਦੇ ਉਹ ਸਾਨੂੰ ਛੱਡ ਕੇ ਜਾਂਦਾ ਹੈ। ਚਲੋ ਅਸੀਂ ਜੀਵ ਰੂਪੀ ਇਸਤਰੀ ਹੈ, ਰੱਬ ਸਾਡਾ ਪਤੀ ਪਰਮਾਤਮਾ ਹੈ, ਉਹ ਸਾਡਾ ਮਾਲਕ ਉਹ ਖਸਮ ਵੀ ਕਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੁਨਿਆਵੀ ਤੌਰ ਤੇ ਪਤਾ ਕੀ ਹੁੰਦਾ। ਕਈ ਵਾਰੀ ਅਸੀਂ ਬੱਚੀ ਦਾ ਵਿਆਹ ਕਰਦੇ ਹਾਂ, ਆਪਣੀ ਧੀ ਦਾ ਕਰ ਦਈਏ ਜਾਂ ਕੋਈ ਸਾਡੇ ਘਰੇ ਧੀ ਬਣ ਕੇ ਆਉਂਦੀ ਹੈ, ਤੇ ਕਈ ਵਾਰੀ ਉਹ ਪਤੀ ਚੜ੍ਹਾਈ ਕਰ ਜਾਂਦਾ ਹੈ। ਬੜੀ ਗਲਤ ਇੱਕ ਰੀਤ ਸੀ ਗੁਰੂ ਅਮਰਦਾਸ ਮਹਾਰਾਜ ਤੋਂ ਪਹਿਲਾਂ ਔਰਤ ਨੂੰ ਪਤੀ ਨਾਲ ਸਤੀ ਹੋਣਾ ਪੈਂਦਾ ਹੈ, ਜਿਉਂਦੇ ਅੱਗ 'ਚ ਸੜਨਾ ਪੈਂਦਾ ਹੈ। ਮਹਾਰਾਜ ਨੇ ਇਹ ਜਿਹੜੀ ਰੀਤ ਬੰਦ ਕਰਵਾਈ, ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ। ਔਰਤ ਦਾ ਕੀ ਕਸੂਰ ਹੈ ਜੇ ਕਿਸੇ ਦਾ ਪਤੀ ਮਰ ਜਾਂਦਾ ਹੈ ਜੀ। ਮਹਾਰਾਜ ਆਸਾ ਦੀ ਵਾਰ 'ਚ ਕਹਿੰਦੇ ਹੈ ਭੰਡ ਪੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ। ਵੀ ਕਿਸੇ ਦੀ ਭੰਡ ਦਾ ਤੌਰ ਤੇ ਵੀ ਕਿਸੇ ਮਨੁੱਖ ਦੀ ਘਰ ਵਾਲੀ ਚੜ੍ਹਾਈ ਕਰ ਜੇ ਤੇ ਉਹ ਦੂਸਰੇ ਵਿਆਹ ਵਾਸਤੇ ਲੱਭਣ ਲੱਗ ਪੈਂਦੇ ਹੋ। ਜੇ ਮਨੁੱਖ ਕੋਲ ਇਹ ਅਧਿਕਾਰ ਹੈ, ਔਰਤ ਕੋਲ ਵੀ ਅਧਿਕਾਰ ਹੋਣਾ ਚਾਹੀਦਾ। ਮਹਾਰਾਜ ਨੇ ਇਹ ਆਵਾਜ਼ ਬੁਲੰਦ ਕੀਤੀ ਸੀ ਤੀਸਰੇ ਪਾਤਸ਼ਾਹ ਨੇ, ਕਹਿੰਦੇ ਔਰਤ ਦਾ ਕੀ ਕਸੂਰ ਹੈ ਜਿਹਦਾ ਪਤੀ ਮਰ ਜਾਂਦਾ ਹੈ। ਉਹਨੇ ਜੀਵਨ ਜਿਉਣਾ ਹੈ, ਸਤੀ ਹੋਣ ਦੀ ਅੱਗ 'ਚ ਸੜਨ ਦੀ ਲੋੜ ਨਹੀਂ ਹੈ। ਉਹ ਸੁਤੰਤਰ ਹੈ ਔਰਤ ਵੀ, ਉਹਨੂੰ ਹੁਣ ਪੈਰ ਦੀ ਜੁੱਤੀ ਨਾ ਸਮਝੋ। ਕਿਸੇ ਨੇ ਕਿਹਾ ਔਰਤ 'ਚ ਰੂਹ ਨਹੀਂ ਹੁੰਦੀ, ਉਹ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਨੇ ਆਖਿਆ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਜਾਨ। ਤੇ ਕਮਾਲ ਦੀ ਗੱਲ, ਜਨਮ ਦੇਣ ਵਾਲੀ ਵੀ ਗੁਰੂ ਨਾਨਕ ਸਾਹਿਬ ਨੂੰ ਔਰਤ, ਤੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਵੀ ਔਰਤ, ਤੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਪਹਿਲੀ ਸਿੱਖ ਵੀ ਔਰਤ। ਜਨਮ ਵੀ ਇੱਕ ਔਰਤ ਨੇ ਦਿੱਤਾ, ਮਾਤਾ ਤ੍ਰਿਪਤਾ ਨੇ। ਸਭ ਤੋਂ ਪਹਿਲਾਂ ਦਰਸ਼ਨ ਇੱਕ ਔਰਤ ਨੇ ਕੀਤੇ, ਦੌਲਤਾ ਦਾਈ ਨੇ। ਔਰ ਸਭ ਤੋਂ ਪਹਿਲੀ ਸਿੱਖ ਬੇਬੇ ਨਾਨਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਬੀਬੀਆਂ ਨੂੰ ਵੱਧ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਹੈ। ਤੇ ਜੇ ਨਾ ਇਹ ਪਹਿਲਾਂ ਜੋ ਕੁਝ ਚੱਲਦਾ ਸੀ ਨਾ, ਜੋ ਤਰ੍ਹਾਂ ਹੁੰਦਾ ਤੇ ਬੜੀ ਬੁਰੀ ਹਾਲਤ ਸੀ ਔਰਤਾਂ ਵਿਚਾਰੀਆਂ ਦੀ। ਗੁਰੂ ਨਾਨਕ ਸਾਹਿਬ ਨੇ ਕਿਹਾ ਜਿਹੜੀ ਮਾਂ ਜਨਮ ਦਿੰਦੀ ਹੈ
ਜਿਹੜਾ ਉਹਦਾ ਸਤਿਕਾਰ ਕਰੇਗਾ ਉਹਦੇ ਤੇ ਰੱਬ ਖੁਸ਼ ਹੋਏਗਾ। ਲੋਕ ਕਹਿੰਦੇ ਸੀ ਤੇ ਕਈ ਆਪਣੀਆਂ ਮਾਵਾਂ ਦੇ ਵੀ ਮੱਥੇ ਨਹੀਂ ਲੱਗਦੇ ਪਏ ਜਿਹੜੇ ਭਗਤ ਸੰਤ ਆਪਣੇ ਆਪ ਨੂੰ ਕਹਿੰਦੇ ਹਨ। ਦਾਸ ਨੇ ਛੱਜੂ ਦੀ ਕਈ ਵਾਰੀ ਗੱਲ ਕੀਤੀ, ਛੱਜੂ ਭਗਤ ਦੇ, ਉਹ ਆਪਣੀ ਮਾਂ ਨਾਲ ਵੀ ਕਹਿੰਦਾ ਔਰਤ ਦੇ ਮੱਥੇ ਨਹੀਂ ਲੱਗਣਾ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਗੁਰੂ ਅਰਜਨ ਸਾਹਿਬ ਉਹੀ ਵਿਚਾਰਧਾਰਾ ਵੀ ਜਿਹੜਾ ਮਾਂ ਦੇ ਨਹੀਂ ਮੱਥੇ ਲੱਗਣਾ ਚਾਹੁੰਦਾ ਦੂਸਰੇ ਦਾ ਭਲਾ ਕੀ ਕਰ ਸਕਦਾ ਹੈ। ਤੇ ਗੁਰੂ ਸਾਹਿਬ ਜੀ ਨੇ ਔਰਤਾਂ ਨੂੰ ਬੜਾ ਸਤਿਕਾਰ ਦਿੱਤਾ ਹੈ, ਮਾਣ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੇ ਨਾ ਆਵੇ ਜਾਏ। ਰੱਬ ਕਦੇ ਪਰਦਾ ਨਹੀਂ ਤੇ ਨਾ ਆਉਂਦਾ ਤੇ ਨਾ ਜਾਂਦਾ। ਕਿਸੇ ਸ਼ਬਦ 'ਚ ਅੱਗੇ ਹੋਰ ਪੰਕਤੀਆਂ ਆਉਣੀਆਂ, ਉਹ ਨਾ ਬੱਚਾ ਨਾ ਜਵਾਨ ਹੈ ਤੇ ਨਾ ਬਜ਼ੁਰਗ ਹੈ। ਰੱਬ ਉਹ ਇੱਕੋ ਜਿਹਾ ਦਿੰਦਾ। ਇਹ ਸਾਡੇ ਸਰੀਰ ਦੀ ਅਵਸਥਾ ਜਿਹੜੀ ਬਦਲਦੀ। ਮਰਜ਼ ਕਹਿੰਦੇ ਆ ਵੀ ਸਾਨੂੰ ਵਿਧਵਾ ਵਾਲਾ ਜੀਵਨ ਨਹੀਂ ਧਰਮ ਦੀ ਦੁਨੀਆ 'ਚ ਬਤੀਤ ਕਰਨਾ ਪਏਗਾ। ਮੰਨ ਲਓ ਕਿਸੇ ਨੇ ਸਰੀਰ ਨੂੰ ਗੁਰੂ ਬਣਾ ਲਿਆ ਤੇ ਜੇ ਉਹ ਮਰ ਗਿਆ ਤੇ ਫਿਰ ਸਿੱਖ ਕੀ ਕਰੇਗਾ? ਉਹਦਾ ਤੁਹਾਨੂੰ ਹੋਰ ਗੁਰੂ ਲੱਭੇਗਾ। ਜੇ ਉਹ ਮਰ ਗਿਆ ਫਿਰ ਹੋਰ ਗੁਰੂ ਲੱਭੇਗਾ। ਜੇ ਉਹ ਮਰ ਗਿਆ, ਸਤਿਗੁਰੂ ਕਹਿੰਦੇ ਐਸੇ ਗੁਰੂ ਨਾਲ ਜੁੜ ਜਿਹਦਾ ਮਰੇਗਾ ਨਹੀਂ ਤੇ ਛੱਡ ਕੇ ਨਹੀਂ ਜਾਏਗਾ। ਐਸੇ ਰੱਬ ਨਾਲ ਜੁੜ ਨਾ ਫਿਰ ਮਰੇ ਨਾ ਜਾਏ। ਇਹਦੇ ਮਹਾਰਾਜ ਕਹਿੰਦੇ ਰੱਬ ਨਾ ਤੇ ਛੱਡ ਕੇ ਕਿਤੇ ਜਾਂਦਾ ਹੈ, ਨਾ ਹੀ ਉਹਦੀ ਮੌਤ ਹੋਣੀ ਹੈ ਜੀ। ਨਾ ਵਿਛੋੜਿਆ ਵਿਛੁੜੈ ਸਭ ਮਹਿ ਅਸਮਾਈ। ਕੋਈ ਵਿਛੋੜਨਾ ਵੀ ਚਾਹਵੇ ਨਾ ਰੱਬ ਨਾਲੋਂ ਤੇ ਅਸੀਂ ਵਿਛੜਾਂਗੇ ਨਹੀਂ, ਕਿਉਂਕਿ ਉਹ ਸਾਰਿਆਂ 'ਚ ਸਮਾਇਆ। ਤੇ ਦੁਨਿਆਵੀ ਰਿਸ਼ਤੇ ਕਈ ਵਾਰੀ ਦੂਸਰੇ ਤੋੜ ਦਿੰਦੇ ਆ। ਬੱਚੀ ਰਹਿਣਾ ਚਾਹੁੰਦੀ ਆਪਣੇ ਸਹੁਰੇ ਘਰ, ਮਾਂ ਨਹੀਂ ਉਹਨੂੰ ਉੱਥੇ ਰਹਿਣ ਦੇਣਾ ਚਾਹੁੰਦੀ। ਕਈ ਇਹੋ ਜਿਹੇ ਵੀ ਹੈਗੇ, ਉਹਨਾਂ ਕੋਲ ਇਹੋ ਜਿਹੀ ਸੋਚ ਹੈ। ਬੱਚੀ ਰਹਿਣਾ ਚਾਹੁੰਦੀ, ਰਿਸ਼ਤੇਦਾਰ ਨਹੀਂ ਰਹਿਣ ਦੇਣਾ ਚਾਹੁੰਦੇ, ਉਹ ਮਿਲਿਆਂ ਨੂੰ ਵਿਛੋੜ ਦਿੰਦੇ ਹੈ। ਇੱਧਰ ਜਿੰਨਾ ਮਰਜ਼ੀ ਕੋਈ ਯਤਨ ਕਰ ਲੈ, ਤੁਸੀਂ ਜੁੜ ਕੇ ਉਹਨਾਂ ਤੁਹਾਨੂੰ ਤੋੜ ਕੋਈ ਨਹੀਂ ਜੇ ਸਕਦਾ ਰੱਬ ਨਾਲੋਂ, ਗੁਰੂ ਨਾਲੋਂ। ਜਿਹਦੇ ਅੰਦਰੋਂ ਜੁੜੇ ਹੋ ਤਾਂ ਅੱਜ ਲਾਲਚ ਕਰਕੇ ਕਈ ਟੁੱਟ ਕੇ ਵੀ ਚਲੇ ਗਏ। ਦੂਸਰੇ ਧਰਮਾਂ ਨਾਲ ਥੋੜਾ ਲਾਲਚ ਦੇ ਤਾਂ ਤੁਹਾਡਾ ਬੱਚਾ ਪੜ੍ਹਾ ਦਿੰਦੇ ਆ ਤੇ ਉਹ ਕਹਿੰਦੇ ਸਾਡੇ ਉਹ ਬੱਚੇ ਪੜ੍ਹਾਉਂਦੇ ਸੀ। ਅਸੀਂ ਲਾਲਚੀ ਬਣ ਕੇ ਧਰਮੀ ਨਹੀਂ ਬਣਨਾ ਵੀ ਮੈਂ ਤਾਂ ਧਰਮੀ ਬਣਾਂਗਾ ਜੀ, ਮੈਨੂੰ ਆਹ ਦੇ ਦਿਓ ਜੀ, ਆਹ ਦੇ ਦਿਓ। ਧਰਮ ਤੇ ਸਾਡਾ ਜਿਹੜਾ ਮੁੱਖ ਸਾਡੇ ਆਉਣ ਦਾ ਮਤਲਬ ਵੀ ਧਰਮ ਕਮਾਉਣਾ ਹੈ ਸੰਸਾਰ ਦੇ ਉੱਪਰ। ਅਸੀਂ ਹੋਰ ਵੀ ਸਾਰੇ ਧੰਦੇ ਕਰਦੇ ਤੇ ਬੱਚੇ ਦੀ ਫੀਸ ਵੀ ਤਾਰ ਸਕਦੇ। ਚਲੋ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ, ਜਿਹਦੇ ਕੋਲ ਨਹੀਂ ਵਿਚਾਰੇ ਕੋਲ ਹੈਗਾ ਉਹਦੀ ਮਦਦ ਕਰਨੀ ਚਾਹੀਦੀ ਹੈ। ਵੀ ਸਾਨੂੰ ਉਹ ਜਿਹਦੇ ਕੋਲ 4 ਰੁਪਈਏ ਹੈਗੇ, ਚਲੋ ਗੁਰੂ ਸਾਹਿਬ ਦੀ ਕਿਰਪਾ ਹੋਈ। ਕੱਲ੍ਹ ਅਸੀਂ ਇੱਕ ਮੀਟਿੰਗ ਕੀਤੀ ਤੇ ਉਹ 11 ਕੁ ਮੈਂਬਰ ਪਏ ਨੇ, ਉਹਦੇ ਅੰਦਰ ਇੱਕ ਸੰਸਥਾ ਗੁਰੂ ਸਾਹਿਬ ਦੀ ਕਿਰਪਾ ਵੀ ਆਪਾਂ 11 ਕੁ ਸਰੀਰ ਆਪਣਾ ਦਸਵੰਧ ਕੱਢਿਆ ਕਰੀਏ। ਕੱਲ੍ਹ ਅਸੀਂ 1000 ਰੁਪਈਏ ਤੋਂ ਸ਼ੁਰੂ ਕੀਤਾ ਹੈ ਤੇ ਚਲੋ 500 ਰੁਪਈਏ ਤੱਕ ਛੋੜ ਹੈ ਵੀ ਆਪਾਂ ਮੈਂਬਰ ਪੱਕੇ ਬਣਾਓ ਵੀ 1 ਮਹੀਨੇ ਬਾਅਦ 500 ਰੁਪਈਆ ਹੀ ਆਪਣਾ ਦਸਵੰਧ ਕੱਢਣਾ ਹੈ। ਮੇਰੇ ਕੋਲ ਕੋਈ ਜ਼ਿਆਦਾ ਨਹੀਂ ਹੈ ਤੇ ਆਪ ਮੈਂਬਰ ਬਾਅਦ ਹੀ 100 ਰੁਪਈਆ ਰੱਖਿਆ ਵੀ 100 ਰੁਪਈਏ 'ਚ ਕੋਈ ਐਂਟਰੀ ਕਰ ਸਕਦਾ ਉਸ ਸੰਸਥਾ ਦੇ ਅੰਦਰ। 1 ਮਹੀਨੇ ਦਾ 100 ਰੁਪਈਆ ਸਿਰਫ। ਜੇ ਮੰਨ ਲਓ 11 ਮੈਂਬਰ ਕੱਲ੍ਹ ਅਸੀਂ ਮੀਟਿੰਗ ਕੀਤੀ, ਜੇ ਅਸੀਂ ਸ਼ੁਰੂ ਹੋਏ ਤੇ 5500 ਰੁਪਈਆ ਬਣਦਾ ਹੈ ਵੀ 1 ਮਹੀਨੇ ਦਾ। ਮੇਰੇ ਗੱਲ ਵੀ ਇੱਕ ਗਰੀਬ ਦਾ 5500 ਦਾ ਰਾਸ਼ਨ 1 ਮਹੀਨੇ ਦਾ ਆ ਸਕਦਾ, ਇੱਕ ਗਰੀਬ ਪਰਿਵਾਰ ਦਾ। ਗੁਰੂ ਕਿਰਪਾ ਕਰੇ ਆਉਣ ਵਾਲੇ ਦਿਨਾਂ 'ਚ ਚਲੋ ਬੱਚਿਆਂ ਨੇ ਉਦਮ ਕੀਤਾ, ਦਾਸ ਨੂੰ ਵੀ ਨਾਲ ਰੱਖਿਆ, ਬਾਬਾ ਜੀ ਚਲੋ ਤੁਸੀਂ ਨਾਲ ਚੱਲਣਾ ਹੈ। ਤੇ ਉਹਦੇ 'ਚ ਅਸੀਂ ਰੱਖਿਆ ਵੀ ਕੋਈ 100 ਰੁਪਈਆ ਵੀ ਦਸਵੰਧ ਦੇਵੇ ਮਹੀਨੇ ਦਾ। ਸਾਰਿਆਂ ਦੀ ਰਾਏ ਨਾਲ ਆਪਾਂ ਕਿਸੇ ਦਾ ਉਹਦੇ 'ਚ ਗੁਰਮਤਿ ਸਮਾਗਮ ਹੈ, ਉਹ ਸਾਰਾ ਜਿਹੜਾ ਬੱਚਿਆਂ ਨੇ ਲਿਖਿਆ ਵੀ ਅਸੀਂ ਉਸ ਪੈਸੇ ਨਾਲ ਕਰਨਾ ਕੀ ਹੈ ਤੇ ਪੱਕਾ ਉਹਨੂੰ ਪ੍ਰੂਫ ਹੋਏਗਾ, ਉਹ ਰਸੀਦ ਦਿੱਤੀ ਜਾਏਗੀ। ਇਹ ਸਾਰਿਆਂ ਨੂੰ ਮੇਰੇ ਖਿਆਲ ਬੀਬੀਆਂ ਦਾ ਕਿਤੇ ਵੀ ਸਾਰਿਆਂ ਨੂੰ ਇਹੋ ਜਿਹਾ ਉਦਮ ਕਰਨਾ ਚਾਹੀਦਾ ਸਾਨੂੰ। ਮੈਂ ਇੱਕ ਦਿਨ ਮੈਨੇਜਰ ਸਾਹਿਬ ਨੂੰ ਵੀ ਦਫ਼ਤਰ 'ਚ ਕਹਿ ਰਿਹਾ ਵੀ ਆਪਾਂ ਜਿੰਨੇ ਮੁਲਾਜ਼ਮ ਹੈ ਘੱਟ ਤੋਂ ਘੱਟ ਕੋਈ 100 ਰੁਪਈਆ ਮਹੀਨੇ ਦਾ, 200 ਰੁਪਈਆ, 500 ਰੁਪਈਆ ਤੁਸੀਂ ਜਦੋਂ ਤਨਖਾਹ ਹੁੰਦੀ ਉਹਦੇ 'ਚ ਰੱਖਣਾ ਚਾਹੀਦਾ ਸਾਨੂੰ। ਸਾਡੇ ਕੋਲ ਪੈਸਾ ਹੋਣਾ ਚਾਹੀਦਾ। ਕੋਈ ਮੁਲਾਜ਼ਮ ਸਾਰੇ ਇੱਥੇ ਵਿਚਾਰੇ ਕੋਈ ਇਹੋ ਜਿਹੇ ਤੇ ਹੈ ਨਹੀਂ ਕਿ ਵੀ ਕੋਈ ਬਿਮਾਰੀ ਆ ਜਾਵੇ, ਕੋਈ ਇਹੋ ਜਿਹਾ ਕੋਈ ਤੇ ਸਾਰਾ ਆਪਣਾ ਇਲਾਜ ਕਰਵਾ ਸਕਣ। ਸਾਡੇ ਕੋਲ ਕੋਈ 10,000, 20,000, 50,000 ਰੁਪਈਆ ਪਿਆ, ਇਹ ਤੇ ਕੋਈ ਮੁਸ਼ਕਲ ਆਉਂਦੀ ਹੈ, ਉਹ ਪੈਸੇ ਅਸੀਂ ਉਹਦੀ ਮਦਦ ਵਾਸਤੇ ਦੇ ਸਕੀਏ। ਉਹ ਮੈਨੇਜਰ ਸਾਹਿਬ ਵੀ ਸਹਿਮਤ ਸਨ। ਉਹ ਹਜੇ ਚਲੋ ਇਸ ਗੱਲ ਤੇ ਹੋਇਆ ਨੇ ਇੱਧਰ ਵੀ ਬਣਾ ਕੇ। ਇਹ ਸਾਨੂੰ ਅੱਜ ਜ਼ਰੂਰਤ ਹੈ। ਮੇਰੇ ਖਿਆਲ 100 ਰੁਪਈਆ ਮਹੀਨੇ ਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਦਸਵੰਧ ਹੈ। ਇੱਕ ਦਿਹਾੜੀ ਦੇ ਮੇਰੇ ਖਿਆਲ 3 ਕੁ ਸਵਾ 3 ਰੁਪਈਏ ਬਣਦੇ ਨੇ। ਜੇ ਅਸੀਂ ਆਪਣੀ ਕਿਰਤ 'ਚੋਂ ਇੰਨੇ ਕੁ ਕੱਢੀਏ, ਅਸੀਂ ਬਹੁਤ ਵੱਡਾ ਕਿਸੇ ਦਾ ਭਲਾ ਕਰ ਸਕਦੇ ਹਾਂ, ਕਿਸੇ ਬਿਮਾਰ ਦਾ ਇਲਾਜ ਕਰਾ ਸਕਦੇ ਹਾਂ, ਕਿਸੇ ਲੋੜਵੰਦ ਬੱਚੇ ਦੀ ਫੀਸ ਤਾਰ ਸਕਦੇ ਹਾਂ, ਜਾਂ ਬੱਚਿਆਂ ਨੂੰ ਜੋੜਨ 'ਤੇ ਅਸੀਂ ਕੋਈ ਸਮਾਗਮ ਕਰਾ ਸਕਦੇ ਹਾਂ, ਕਿਸੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦੇ ਸਕਦੇ ਹਾਂ। ਕੁਝ ਵੀ ਕਿਰਪਾ ਕਰੇ ਗੁਰੂ ਸਾਹਿਬ ਜੀ ਆਉਣ ਵਾਲੇ ਦਿਨਾਂ 'ਚ ਇਹ ਸੇਵਾ ਜਿਹੜੀ ਗੁਰੂ ਸਾਹਿਬ ਜੀ ਕਰਵਾਉਣ ਤੇ ਉਸ ਯੋਗ ਚਲੋ ਉਹ ਆਪੇ
ਉਹ ਕਾਰਜ ਕਿਰਨ ਤੋਂ ਬਾਅਦ ਆਪੇ ਸੰਗਤ ਨੂੰ ਪਤਾ ਲੱਗਦਾ ਹੈ। ਇੱਥੇ ਮਹਾਰਾਜ ਕਹਿੰਦੇ ਵੀ ਸਾਡਾ ਜਿਹੜਾ ਨਾ ਇਹ ਬਖਸ਼ਿਸ਼ ਜਦੋਂ ਜੁੜ ਕੇ ਨਾ ਵੀ ਤੋੜ ਨਹੀਂ ਸਕਦਾ, ਕਿਉਂਕਿ ਉਹ ਸਾਰਿਆਂ 'ਚ ਸਮਾਇਆ ਹੋਇਆ ਹੈ। ਦੁਨਿਆਵੀ ਤੁਹਾਨੂੰ ਜੁੜਿਆ ਨੂੰ ਦਾ ਜਿਹੜੀ ਬੇਨਤੀ ਕਰਨਾ ਧਰਮੀ ਲਾਲਚੀ ਨਹੀਂ ਬਣਨਾ ਅਸੀਂ ਵੀ ਇਹ ਨਹੀਂ ਕਰਦੇ ਜੀ ਮੈਂ ਧਰਮ ਨਹੀਂ ਕਮਾਉਣਾ, ਵੀ ਮੈਂ ਗੁਰਦੁਆਰੇ ਨਹੀਂ ਆਉਣਾ, ਮੈਂ ਨਹੀਂ ਕਰਨਾ, ਮੈਨੂੰ ਆਹ ਮਿਲ ਜਾਏਗਾ ਤਾਂ ਆਵਾਂਗਾ। ਨਹੀਂ, ਇਹ ਸਾਡਾ ਸਾਰੇ ਮਨੁੱਖਤਾ ਦਾ ਸਾਂਝਾ ਧਰਮ ਹੈ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਨਾ। ਹਾਂ, ਦੂਸਰੇ ਪਾਸੇ ਸਾਨੂੰ ਸਭ ਤੋਂ ਵੱਡਾ ਪੁੰਨ ਹੈ ਕਿਸੇ ਟੁੱਟੇ ਨੂੰ ਜੋੜ ਦੇਣਾ, ਤੇ ਸਭ ਤੋਂ ਵੱਡਾ ਪਾਪ ਹੈ ਕਿਸੇ ਜੁੜੇ ਨੂੰ ਤੋੜ ਦੇਣਾ। ਕਈ ਲੋਕ ਐਵੇਂ ਗੱਲਾਂ ਗੁਰੂ ਘਰ ਨਾਲ ਜੁੜੇ ਵਾਸਤੇ ਵੀ ਗੱਲਾਂ ਕਰਦੇ, ਭਾਈ ਸਾਹਿਬ ਦੀ ਤੁਸੀਂ ਇੰਨੇ ਚਿਰ ਤੋਂ ਜਾਂਦੇ ਹੋ, ਤੁਹਾਨੂੰ ਕੀ ਮਿਲਿਆ, ਤੁਹਾਨੂੰ ਫਲਾਣੇ ਥਾਂ 'ਤੇ ਜਾ ਕੇ ਵੇਖ ਲੈਣਾ ਚਾਹੀਦਾ। ਇਹ ਜਾਣੇ ਅਣਜਾਣੇ 'ਚ ਮਨੁੱਖ ਪਾਪ ਕਮਾ ਲਿਆ ਹੁੰਦਾ ਹੈ। ਚਾਹੀਦਾ ਭਾਈ ਇੱਥੇ ਹੀ ਜੁੜੀ, ਇੱਥੋਂ ਹੀ ਮਿਲਣਾ, ਪਾਸੇ ਕਿਸੇ ਕੋਲ ਕੁਝ ਵੀ ਨਹੀਂ ਹੈ। ਇਹ ਦਰ ਨਾ ਛੱਡੀ ਤੇ ਖਾਲੀ ਹੱਥ ਤੇ ਉਹਨੂੰ ਮੁੜਨ ਵੀ ਨਹੀਂ ਦੇਗਾ। ਪਰ ਕਹਿੰਦੇ ਜੇ ਜੁੜ ਕੇ ਭਾਈ ਉਹਨੂੰ ਵਿਛੋੜ ਕੋਈ ਨਹੀਂ ਸਕਦਾ ਹੈ ਜੀ। ਕਹਿੰਦੇ ਦੀਨ ਦਰਦ ਦੁੱਖ ਭੰਜਣਾ, ਉਹ ਦੀਨਾਂ ਦਾ ਦਰਦ ਦੂਰ ਕਰਨ ਵਾਲਾ, ਦੁੱਖ ਦੂਰ ਕਰਨ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਸੇਵਕ ਕਹਿ ਸਤ ਭਾਏ, ਸੇਵਕ ਕਹਿ ਸੱਚਾ ਪ੍ਰੇਮ, ਸਤ ਸੱਚ ਭਾਏ ਪ੍ਰੇਮ। ਕਹਿੰਦੇ ਜੇ ਸੱਚਾ ਪ੍ਰੇਮ ਹੈ ਨਾ ਸਾਡਾ ਗੁਰੂ ਤੇ ਰੱਬ ਨਾਲ, ਗੱਲ ਉਹ ਫਿਰ ਆ ਗਈ ਕਿ ਲਾਲਚ ਕਰਕੇ ਨਹੀਂ ਅਸੀਂ ਗੁਰੂ ਤੇ ਪਰਮਾਤਮਾ ਨਾਲ ਜੁੜਨਾ। ਇਹ ਸੱਚਾ ਪ੍ਰੇਮ ਹੈ ਤੇ ਮਹਾਰਾਜ ਕਹਿੰਦੇ ਦੀਨਾਂ ਦਾ ਦਰਦ ਫਿਰ ਗੁਰੂ ਜ਼ਰੂਰ ਦੂਰ ਕਰਦਾ ਹੈ ਜੀ। ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਈ। ਉਹਦਾ ਅਚਰਜ ਰੂਪ ਹੈ, ਉਹ ਨਿਰੰਜਨ ਹੈ, ਕਾਲ ਮੈਲ ਤੋਂ ਰਹਿਤ, ਗੁਰ ਮਿਲਾਇਆ ਮਾਏ। ਮਾਂ ਮੈਨੂੰ ਗੁਰੂ ਨੇ ਮਿਲਾਇਆ ਰੱਬ ਦੇ ਨਾਲ। ਜਿਹੜਾ ਨਿਰੰਜਨ ਹੈ, ਜਿਹੜਾ ਅਚਰਜ ਰੂਪ ਹੈ ਜਿਹਦਾ, ਇਹ ਗੁਰੂ ਮਾਂ ਦੀ ਕਿਰਪਾ ਹੋਈ ਜੀ ਮਿਲਿਆ। ਇੱਕ ਤੇ ਮਾਂ ਹੁੰਦੀ ਧੜਿਆਵੀ, ਇੱਕ ਗੁਰੂ ਵੀ ਸਾਡੀ ਮਾਂ ਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਚਲੋ ਇਹ ਕਹਿੰਦੀ ਆਪਣੀ ਦੁਨਿਆਵੀ ਮਾਂ ਨੂੰ ਤਾਂ ਮਾਂ ਮੈਨੂੰ ਗੁਰੂ ਮਾਂ ਨੇ ਰੱਬ ਨਾਲ ਮਿਲਾ ਦਿੱਤਾ। ਕਿਤੇ ਨਾ ਗੁਰੂ ਸਾਹਿਬ ਨਾਲੇ ਵੀ ਰਿਸ਼ਤਾ ਅਸੀਂ ਬਣਾ ਕੇ ਵੇਖੀਏ। ਅਸੀਂ ਘਰੋਂ ਚੱਲਣ ਲੱਗੇ ਕੋ ਆਖੇ ਕਿੱਥੇ ਚੱਲੇ ਆ, ਕਿਤੇ ਆਪਣੇ ਪਿਤਾ ਜੀ ਨੂੰ ਮਿਲਣ ਚੱਲਿਆ, ਕਿਤੇ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ, ਆਪਣੀ ਮਾਂ ਨੂੰ ਮਿਲਣ ਚੱਲੇ ਆ। ਅਸਲੀ ਸਾਡੇ ਧੁਰ ਤੱਕ ਨਿਭਣ ਵਾਲੇ ਮਾਂ ਪਿਓ ਇਹੀ ਹੈ। ਦੂਸਰੇ ਦੇ ਕਈ ਨਿੱਕੇ ਜਿਹੇ ਬੱਚੇ, ਕਈ ਮਾਵਾਂ ਵਿਚਾਰੀਆਂ ਬੱਚੇ ਨੂੰ ਜਨਮ ਦਿੰਦੀਆਂ ਸਰੀਰ ਛੱਡ ਜਾਂਦੀਆਂ। ਗੁਰੂ ਰਾਮਦਾਸ ਜੀ 2 ਸਾਲ ਦੇ ਹਨ, ਮਾਂ ਚਲੀ ਗਈ। ਤੇ ਗੁਰੂ ਅਮਰਦਾਸ ਨੂੰ ਜਦੋਂ ਮਾਂ ਬਣਾ ਲਿਆ ਤੇ ਕਿਹੜਾ ਪਿਆਰ ਨਹੀਂ ਮਿਲਿਆ ਗੁਰੂ ਰਾਮਦਾਸ ਜੀ ਨੂੰ, ਗੁਰੂ ਅਮਰਦਾਸ ਮਹਾਰਾਜ ਜੀ ਕੋਲ ਸਾਰਾ ਪਿਆਰ ਵੀ ਉਹਨੂੰ ਪ੍ਰਾਪਤ ਹੋਇਆ। ਤੇ ਮਹਾਰਾਜ ਕਹਿੰਦੇ ਵੀ ਮਾਂ ਮੈਨੂੰ ਗੁਰੂ ਮਾਂ ਨੇ ਰੱਬ ਨਾਲ ਮਿਲਾ ਦਿੱਤਾ ਹੈ ਜੀ। ਭਾਈ ਮੀਤ ਕਰਮ ਪ੍ਰਭ ਸੋਏ। ਹੇ ਭਾਈ ਪ੍ਰਭੂ ਸੋਏ ਨੂੰ ਆਪਣਾ ਮਿੱਤਰ ਬਣਾਓ। ਜੇ ਮਿੱਤਰ ਬਣਾਉਣਾ ਹੈ ਗੁਰੂ ਨੂੰ ਬਣਾਉਣਾ ਹੈ। ਦੁਨਿਆਵੀ ਵੀ ਹੋਣੇ ਚਾਹੀਦੇ ਆ, ਪਰ ਉਹਨਾਂ ਦੇ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਵੀ ਇਹ ਮੇਰਾ ਸਾਥ ਦੇਣਗੇ। ਪਰ ਇਹਨੇ ਲਿਖ ਕੇ ਦਿੱਤਾ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ, ਬਿਪਤ ਭਰੀ ਸਾਂਭੀ ਸਾਂਭੀ ਸਾਠ ਦਾ ਗੱਲੀ ਸੋ ਸੱਜਣ ਵੀ ਇੱਕ ਢੁੰਡੇਰੀ ਨਾਲ ਮਿੱਤਰ ਬਣਾਓ ਜ਼ਰੂਰ, ਪਰ ਵਿਸ਼ਵਾਸ ਨਾ ਰੱਖਿਓ ਤੁਹਾਡੇ ਕੰਮ ਆਉਣਗੇ। ਵਿਸ਼ਵਾਸ ਇੱਥੇ ਹੀ ਰੱਖਿਓ ਵੀ ਬਾਂਹ ਇੰਨੀ ਪਕੜਨੀ ਹੈ। ਅਸਲੀ ਮਿੱਤਰ ਗੁਰੂ ਹੀ ਹੈ। ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਕੋਈ ਜਵੰਦੇ ਵਿਛੜੇ ਹੋਇਆ ਨਾ ਜਾਈ ਛੋੜ। ਘਰੋਂ ਨਿਕਲੇ ਕੋਈ ਪੁੱਛੇ ਕਿੱਧਰ ਚੱਲਿਆ, ਮੈਂ ਆਪਣੇ ਮਿੱਤਰ ਨੂੰ ਮਿਲਣ ਚੱਲਿਆ। ਕਿੱਥੇ ਮਿੱਤਰ? ਉਹ ਬੈਠਾ ਜਾਪਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ 4 ਗੱਲਾਂ ਸਮਾਂ ਸੀ, ਛੋੜਿਆ ਮਿੱਤਰ ਨੂੰ ਮਿਲ ਆਈਏ ਭੱਜ ਗਏ। ਗੁਰੂ ਵਰਗਾ ਮਿੱਤਰ ਕੋਈ ਨਹੀਂ ਸਾਡਾ। ਅਖੀਰਲੇ ਸਮੇਂ ਦੇ ਨਾਲ ਖੜਨਾ ਡਾਂਗ ਲੈ ਕੇ, ਡਾਂਗਦਾਰ ਤਾਂ ਹੁਕਮ ਰੂਪੀ ਛੋਟਾ ਮਾਰਦਾ ਹੈ, ਉਹ ਬਖਸ਼ਿਸ਼ ਵਰਤਾਉਂਦਾ ਹੈ ਜੀ। ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਇ। ਮਹਾਰਾਜ ਕਹਿੰਦੇ ਮਾਇਆ ਦਾ ਮੋਹ ਜਿਹੜਾ ਨਾ, ਮਾਇਆ ਦੀ ਪ੍ਰੀਤ ਨਾ ਫਟਕਾਰਯੋਗ ਹੈ। ਸੁਖੀ ਨਾ ਦਿਸੈ ਕੋਇ, ਮਾਇਆ ਧਾਰੀ ਤੁਹਾਨੂੰ ਕੋਈ ਸੁਖੀ ਦੇਖਦਾ ਹੈ? ਦੱਸੋ। ਲੱਗਦਾ ਹੈ ਉਹ ਸੁਖੀ ਹੈ। ਸ਼ਾਹੂਕਾਰ ਦੁਕਾਨ ਤੇ ਬੈਠਾ ਮਰਦਾਨਾ ਜੀ ਲੰਘੇ ਤੇ ਕਹਿੰਦੇ ਬਾਬਾ ਨਾਨਕ ਇਹਦੇ 'ਚ ਨਾ ਸੁਖ ਹੀ ਨਹੀਂ ਕੋਈ ਹੋਏਗਾ। ਨੌਕਰ ਪੱਖਾ ਝੱਲਦੇ ਹੈ, ਸਮਾਨ ਤੋਲ ਕੇ ਦਿੰਦੇ, ਇਕੱਲੇ ਪੈਸੇ ਹੀ ਸਾਂਭਦਾ। ਮਹਾਰਾਜ ਕਹਿੰਦੇ ਪੁੱਛ ਕਿਆ ਸੁਖੀ ਹੈ? ਮਰਦਾਨੇ ਨੇ ਪੁੱਛਿਆ ਜੀ ਉਹ ਗੁਰੂ ਨਾਨਕ ਸਾਹਿਬ ਜੀ ਖੜੇ ਨੇ ਤੇ ਤੁਹਾਨੂੰ ਤੇ ਸਾਰੇ ਹੀ ਸੁੱਖ ਰੱਬ ਨੇ ਦਿੱਤੇ ਹੈ। ਰੋ ਪਿਆ, ਗੱਦੀ ਤੇ ਬੈਠਾ ਉਹ ਸ਼ਾਹੂਕਾਰ ਕਹਿਣ ਲੱਗਾ ਮਰਦਾਨਾ ਜੀ
मैं तुहानूं दस नहीं सकता कितना कुछ दुखी। मैं तो समझदा संसार 'च मेरे वर्गा दुखी बंदा है ही कोई नहीं। देखने ਨੂੰ तो बड़ा सानूं बड़ियां सुखी लगते, बड़े उच्चे घराणिਆਂ ਨਾਲ ਜਦੋਂ ਵੇਖਦੇ ਆ ਇਹ जद्दी पुछती राजे है जी फलाने जी ਉਹ फलाने किन्ने कुछ दुखों नाल टेंशनां नाल भरे हुए ने। ये कोल बैठ के कहते कुछ फुट फुट के रोन लग पैंदे ने। महाराज कहते माया मोह प्रीत धृग फटकारयोग है माया की प्रीत। सुखी ना दिसै कोई, महाराज कहते कोई माया धारी सुखी नहीं दिसदा संसार के अंदर। दाना दाता सीलवंत निर्मल रूप अपार। वो दाना भी है, दाना किहनूं कहंदे वैसे तो अर्थ करन दी लोड़ नहीं। दाना सियाणा ਆਪਾਂ कई बार ना शब्द वरतते हो भाई बड़ा बंदा दाना है, रब ही सियाणा। दाता भी रब सीलबंद का ਹੁੰਦਾ, बड़े ठंडे मिठे सुभाਅ वाला। ये सारिਆਂ ਨੂੰ ਸਾਨੂੰ सीलबंद का ਹੁੰਦਾ भी ठंडा भी कोई बोल भी जाता तो शांत रहने वाले सीलबंद कहते हैं। ये साढ़े सारिਆਂ 'ਚ गुण होना चाहिए। तुसीं किसी को मिलो तुहाडे चेहरे ते एक प्रसन्नता होनी चाहिए, चढ़ती कला का तुसीं प्रतीक होवे, तुहाडे बोल भी तुहाडा चेहरा भी ते बड़ा शांत भी होवे अंदरों मनुख। एवें कल्पना नहीं चाहिए हरेक गल दे। कोई नहीं कोई चार गल्लां कर गया तो अपने बिगाड़ेगा, तुहाडा कुछ नहीं बिगाड़ सकता। तुसीं शांत रहो, ਉਹਦਾ भी भला मंगो जिहड़ा तुहाडा बुरा सोचदा है। ਤੇ ਮਹਾਰਾਜ ਕਹਿੰਦੇ ਨਿਰਮਲ ਰੂਪ ਅਪਾਰ, ਉਹਦਾ ਪਵਿੱਤਰ ਰੂਪ ਵਾਲਾ ਬਣ ਜਾਂਦਾ ਹੈ ਤੇ ਉਹਦਾ ਕੋਈ ਪਾਰਲਾ ਪਾਸਾ ਨਹੀਂ। ਰੱਬ ਹੀ ਉਹਦੇ 'ਚ ਇਹ ਗੁਣ ਹਨ ਜੀ। ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ। ਸਾਡਾ ਸਖਾ ਵੀ ਉਹ ਹੈ, ਸਹਾਈ ਵੀ ਉਹ ਹੈ, ਵੱਡਾ ਵੀ ਉਹ ਹੈ ਤੇ ਸਾਰਿਆਂ ਤੋਂ ਉੱਚਾ ਵੀ ਉਹ ਹੈ ਜਿਹਦਾ ਕੋਈ ਪਾਰਲਾ ਪਾਸਾ ਨਹੀਂ ਹੈ। ਨਾਨਕ ਬਿਰਦ ਨ ਜਾਣੀਐ ਨਿਹਚਲ ਤਿਸ ਦਰਬਾਰ। ਉਹਦਾ ਦਰਬਾਰ ਨੇ ਚਲੇ ਉਹਨੂੰ ਬਾਲਕ ਤੇ ਬਿਰਧ ਨਾ ਸਮਝਿਓ ਵੀ ਰੱਬ ਪਹਿਲਾਂ ਦੇਗਾ ਸੀ ਬੱਚਾ ਤੇ ਹੁਣ ਹੋ ਗਿਆ ਬੁੱਢਾ। ਮਹਾਰਾਜ ਕਹਿੰਦੇ ਨਾ ਉਹ ਬਾਲਕ ਸੀ ਤੇ ਨਾ ਉਹਨੇ ਬਜ਼ੁਰਗ ਹੋਣਾ। ਰੱਬ ਦੀ ਤਾਕਤ ਇੱਕ ਤਰ੍ਹਾਂ ਦੀ ਰਹਿੰਦੀ, ਸਾਡੀ ਤਾਕਤ ਇੱਕ ਤਰ੍ਹਾਂ ਦੀ ਨਹੀਂ। ਬੱਚੇ ਹਾਂ ਕਮਜ਼ੋਰ ਸਾਂ, ਅਸੀਂ ਤੁਰਦੇ ਹਾਂ ਤੇ ਡਿੱਗ ਪੈਂਦਾ ਬੱਚਾ ਜਦੋਂ ਤੁਰਨ ਲੱਗਦਾ ਹੈ। ਤੇ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹਾਲਤ ਫਿਰ ਵੀ ਇਹੋ ਜਿਹੀ ਹੋ ਜਾਂਦੀ ਹੈ, ਉਹ ਲੜ ਖੜਾ ਕੇ ਤੁਰਦਾ ਹੈ। ਰੱਬ ਇਹੋ ਜਿਹਾ ਨਹੀਂ ਹੈ। ਰੱਬ ਦੀ ਤਾਕਤ ਜੋ ਸ਼ੁਰੂ 'ਚ ਸੀ ਹੁਣ ਵੀ ਹੈ ਤੇ ਅਖੀਰ ਤੱਕ ਰਹਿਣੀ ਹੈ ਜੀ। ਜੋ ਮੰਗੀਐ ਸੋ ਵੀ ਪਾਈਐ ਤੇ ਧਾਰਾ ਯਾਦਾ। ਉਹ ਨਿਆਸਰਿਆਂ ਦਾ ਆਸਰਾ ਨੇ ਧਰਿਆ ਦੀ ਧੇਰੇ ਤੇ ਜੋ ਮੰਗੀਏ ਸੋਈ ਪਾਈ। ਉਹਦੇ ਤੋਂ ਜੋ ਜੀਵ ਮੰਗਦਾ ਉਹਨੂੰ ਮਿਲ ਜਾਂਦਾ ਹੈ। ਜਿਸ ਵੇਖਤ ਕਿਲ ਵੇਖਨੇ ਮਨ ਤਨ ਹੋਵੇ ਸਾਧ। ਜਿਹਨੂੰ ਵੇਖਦੇ ਆ ਪਾਪ ਲੱਥ ਜਾਂਦੇ ਨੇ ਤੇ ਮਨ ਤੇ ਤਨ ਸ਼ਾਂਤ ਹੋ ਜਾਂਦੇ। ਗੁਰੂ ਤੇ ਰੱਬ ਹੀ ਹੋ ਸਕਦਾ ਹੈ। ਹਾਂ ਤੁਹਾਡੇ ਚਿਹਰੇ ਤੇ ਵੀ ਸਮਾਈਲ ਹੋਣੀ ਚਾਹੀਦੀ, ਤੁਹਾਨੂੰ ਵੇਖ ਕੇ ਵੀ ਕਿਸੇ ਨੂੰ ਸ਼ਾਂਤੀ ਮਿਲੇ, ਕਿਉਂਕਿ ਅਸੀਂ ਗੁਰੂ ਤੇ ਰੱਬ ਨਾਲ ਜੁੜੇ ਹਾਂ ਜਿਹੜਾ ਸਾਰਿਆਂ ਨੂੰ ਇਹ ਗੁਣ ਦਿੰਦਾ ਹੈ। ਸਾਡੇ ਅੰਦਰ ਵੀ ਕੋਈ ਗੁਣ ਤੇ ਫਿਰ ਪ੍ਰਗਟ ਹੋਣਾ ਚਾਹੀਦਾ ਹੈ ਨਾ। ਤੁਸੀਂ ਕਿਸੇ ਨੂੰ ਮਿਲੇ ਹੋ ਉਹ ਰੋਂਦਾ ਹੋਇਆ ਤੁਹਾਨੂੰ ਵੇਖ ਕੇ ਹੱਸਣ ਲੱਗ ਪਏ, ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ। ਉਹਨੂੰ ਤੁਸੀਂ ਧੀਰਜ ਦਿਓ, ਹੌਸਲਾ ਦਿਓ, ਉਹਦੀ ਮਦਦ ਕਰੋ, ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਤੇ ਮਹਾਰਾਜ ਕਹਿੰਦੇ ਕਿ ਰੱਬ 'ਚ ਗੁਣ ਨੇ ਜਿਹਨੂੰ ਵੇਖ ਕੇ ਪਾਪ ਦੂਰ ਹੋ ਜਾਂਦੇ, ਮਨ ਤਾਂ ਸ਼ਾਂਤ ਹੋ ਜਾਂਦਾ ਹੈ। ਇੱਕ ਮਨ ਇੱਕ ਧਿਆਈ ਹੈ ਮਨ ਕੀ ਲਾਹੇ ਪ੍ਰਾਨ। ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਧਿਆਵਾਂਗੇ ਇਹਨਾਂ ਨੂੰ ਤੇ ਫਿਰ ਮਨ ਦੀ ਭਟਕਣਾ ਜਿਹੜੀ ਖਤਮ ਹੋ ਜਾਂਦੀ ਹੈ। ਗੁਰ ਨਿਧਾਨ ਨਵ ਤਨ ਸਦਾ ਪੂਰਨ ਜਾ ਕੇ ਦਾਨ। ਉਹ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ ਤੇ ਸਾਹਿਬ ਤੇਰਾ ਨੀਤ ਨਵਾਂ। ਨਵਤਨ ਦਾ ਅਰਥ ਨਵਾਂ ਵੀ એનર્ਜੀ ਉਹਦੇ 'ਚ ਇੰਨੀ ਕੁ ਹੈ, ਉਹ ਨਵਾਂ ਹੀ ਰਹਿੰਦਾ ਹੈ, ਦਾਤਾਂ ਨਵੀਆਂ ਦਾਤਾਂ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਗੁਣ ਨਿਧਾਨ ਨਵਤਨ ਸਦਾ ਪੂਰਨ ਜਾਨ ਕੀ ਦਾਤ। ਦਾਤਾਂ ਪੂਰੀਆਂ, ਘਾਟ ਕੋਈ ਨਹੀਂ ਕਿਸੇ ਦਾਤ 'ਚ। ਉਹ ਜਿਹੜੀ ਦਾਤ ਦਿੰਦੇ ਉਹ ਪੂਰੀ ਹੈ ਜੀ। ਭਾਵ ਕਿ ਚਲੋ ਆਪਾਂ ਕਿਸੇ ਬੰਦੇ ਤੋਂ ਕੁਝ ਮੰਗੀਏ, ਤੁਹਾਨੂੰ ਜ਼ਰੂਰਤ ਹੈ ਵੀ ਤੁਸੀਂ 20,000 ਰੁਪਈਆ ਕਿਸੇ ਤੋਂ ਮੰਗਿਆ ਲੋੜ ਹੈ, ਉਹ ਤੁਹਾਨੂੰ 10,000 ਰੁਪਈਆ ਦੇਵੇਗਾ। ਕਹਿੰਦਾ ਭਾਈ ਸਾਹਿਬ ਜੀ ਹੈਗੇ ਵੀ ਹੈ, ਭਾਈ ਸਾਹਿਬ ਜੀ ਇੰਨੇ ਕੁ ਨਾਲ ਸਾਰੂ ਜੀ ਸਰਦਾ ਹੈ। ਉਹਦੀ ਦਾਤ ਪੂਰੀ ਮੰਗਦੇ ਘੱਟ ਦਿੰਦਾ ਬਹੁਤ ਹੈ ਜੀ। ਸਦਾ ਸਦਾ ਯਾਰਾਦੀਐ ਦਿਨ ਵਿਸਰੋ ਨਾਹੀ ਰਾਤ। ਮਹਾਰਾਜ ਕਹਿੰਦੇ ਉਹਨੂੰ ਸਦਾ ਹੀ ਰਾਤੋਂ ਨਾ ਦਿਨੇ ਭੁੱਲਣਾ ਚਾਹੀਦਾ, ਨਾ ਰਾਤ ਨੂੰ ਰੱਬ ਭੁੱਲਣਾ ਚਾਹੀਦਾ। ਨਾ ਦਿਨੇ ਵਿਸਾਰੋ ਉਹਨੂੰ, ਨਾ ਰਾਤ ਨੂੰ ਭਾਈ। ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ। ਹਾਂ ਜਿਨ੍ਹਾਂ ਦੇ ਕਦੇ ਮੱਥੇ ਤੇ ਧੁਰ ਤੋਂ ਪੂਰਬ ਤੋਂ ਕਰਮ ਚੰਗਾ ਲਿਖਿਆ ਗਿਆ, ਉਹਦਾ ਹੀ ਮਿੱਤਰ ਨੂੰ ਬਣਦਾ ਹੈ ਪ੍ਰਮਾਤਮਾ, ਉਹਦਾ ਹੀ ਸਗਾ ਬਣਦਾ ਹੈ ਜੀ। ਤਨ ਮਨ ਧਨ ਅਰਪੀ ਸਭ
ਸਗਲ ਵਾਰੀਐ ਇਹ ਉਸ ਰੱਬ ਅੱਗੇ ਤਨ ਮਨ ਧਨ ਅਰਪ ਦੇਣਾ ਚਾਹੀਦਾ ਕਿ ਆਪਣੀ ਜਿੰਦ ਉਹਦੇ ਤੋਂ ਵਾਰ ਦੇਣੀ ਚਾਹੀਦੀ ਹੈ। ਦੇਖੈ ਸੁਨਹਿ ਦੂਰ ਸਦ ਘਟ ਘਟ ਬ੍ਰਾਹਮਣ ਵਿੰਦ ਉਹ ਸਦਾ ਸਾਨੂੰ ਸੁਣਦਾ ਹੈ, ਵੇਖਦਾ ਹੈ ਤੇ ਘਟ ਘਟ ਚ ਰਹਿੰਦੇ ਉਹ ਹਾਜ਼ਰ ਨਾਜ਼ਰ ਹੈ ਹਰੇਕ ਜਗ੍ਹਾ ਦੇ ਉੱਪਰ। ਅਗਿਆਤ ਕਢਾਰੋ ਪਾਲਦਾ ਪ੍ਰਭ ਨਾਨਕ ਸਦ ਬਖਸ਼ ਇਹ ਉਸ ਬਖਸ਼ਿੰਦ ਚ ਬਹੁਤ ਵੱਡਾ ਗੁਣ ਹੈ ਵੀ ਉਹ ਕਿਰਤ ਘੜਾ ਨੂੰ ਵੀ ਪਾਲਦਾ। ਕਿਰਤ ਘੜ ਉਹਨੂੰ ਕਹਿੰਦੇ ਜਿਹੜੇ ਦਾਤਾਂ ਲੈ ਕੇ ਮੁੱਕਰ ਜਾਂਦੇ ਆ, ਉਹ ਕਿਰਤ ਘੜ ਹੁੰਦੇ ਨੇ। ਰੱਬ 'ਚ ਇਹ ਬਹੁਤ ਵੱਡਾ ਗੁਣ ਹੈ, ਕਿਰਤ ਘੜਾ ਨੂੰ ਵੀ ਪਾਲਦਾ। ਤੁਹਾਡੇ ਨਾਲ ਕੋਈ ਕਿਰਤ ਕਰਦਾ ਕਰੇ, ਤੁਸੀਂ ਉਹਨੂੰ ਨਹੀਂ ਪਾਲੋਗੇ। ਮੰਨ ਲਓ ਤੁਹਾਡੇ ਤੋਂ ਕਿਸੇ ਨੇ ਪੈਸੇ ਮੰਗ ਲਏ ਆ, ਉਹਨੇ ਨਹੀਂ ਦਿੱਤੇ, ਉਹ ਕਿਰਤ ਘੜ ਹੋ ਗਿਆ ਤੁਹਾਡੇ ਵੱਲੋਂ, ਤੇ ਦੁਬਾਰਾ ਤੁਹਾਡੇ ਤੋਂ ਕੁਝ ਮੰਗੇ ਤੁਸੀਂ ਦਿਓਗੇ? ਕਦੇ ਵੀ ਨਹੀਂ ਦਿਓਗੇ। ਚੇਤਾ ਕਰਾਓਗੇ ਭਾਈ ਸਾਹਿਬ ਜੀ ਪਹਿਲੇ ਤਾਂ ਤੁਸੀਂ ਦਿੱਤੇ ਨਹੀਂ ਹੈ। ਰੱਬ ਇਹੋ ਜਿਹਾ ਨਹੀਂ ਹੈ, ਮੋੜੋ ਚਾਹੇ ਨਾ ਮੋੜੋ, ਰੱਬ ਨੇ ਫਿਰ ਵੀ ਦੇਣਾ। ਉਹ ਕਿਰਤ ਘੜਾ ਨੂੰ ਵੀ ਪਾਲਦਾ। ਜਿਹੜੇ ਰੱਬ ਤੋਂ ਬੇਵਕੂਫ ਨੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਕੇਅਰ ਕਰਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ ਜੀ। ਸਵਾਵਾਂ ਝੀਸੇ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।